ਇਹ ਕਹਾਣੀ ਅਸੀਂ ਇੱਕ ਪੁਲਿਸ ਸਟੇਸ਼ਨ ਤੋਂ ਲਈ ਹੈ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਦੱਸ ਦੇਵਾਂਗੇ ਤਾਂ ਕਿ ਤੁਹਾਡੇ ਦਿਮਾਗ ਦੇ ਉੱਤੇ ਲੱਗੇ ਹੋਏ ਤਾਲੇ ਖੁੱਲ ਜਾਣ ਅਤੇ ਤੁਹਾਨੂੰ ਵੀ ਪਤਾ ਚੱਲੇ ਕਿ ਇਸ ਦੁਨੀਆ ਵਿੱਚ ਵੀ ਜ਼ਾਲਮਾਂ ਦੀ ਕਮੀ ਨਹੀਂ ਹੈ। ਪੁਲਿਸ ਵਾਲਿਆਂ ਨੇ ਜਦੋਂ ਇੱਕ ਬੇਟੇ ਦੀਆਂ 3 ਪਤਨੀਆਂ ਦੇ ਕੇਸ ਦੀ ਜਾਂਚ ਪੜਤਾਲ ਕੀਤੀ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 2 ਪਤਨੀਆਂ ਤਾਂ ਜਿੰਦਾ ਸਨ ਅਤੇ ਆਪਣੀ ਜ਼ਿੰਦਗੀ ਸਹੀ ਸਲਾਮਤ ਬਿਤਾ ਰਹੀਆਂ ਸਨ, ਕਿਉਂਕਿ ਉਹਨਾਂ ਦੋਨਾਂ ਔਰਤਾਂ ਦਾ ਬਿੰਦਰ ਤੋਂ ਤਲਾਕ ਹੋ ਗਿਆ ਸੀ ਅਤੇ ਜੋ ਬਿੰਦਰ ਦੀ ਤੀਜੀ ਪਤਨੀ ਸੀ ਉਸ ਦੀ ਕਹਾਣੀ ਅਸੀਂ ਤੁਹਾਨੂੰ ਬਿੰਦਰ ਦੀ ਪਤਨੀ ਦਾ ਇਲਾਜ ਕਰ ਰਹੇ ਡਾਕਟਰ ਦੀ ਜ਼ੁਬਾਨੀ ਸੁਣਾਉਂਦੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੇਸ ਪਹਿਲਾਂ ਕਦੇ ਨਹੀਂ ਵੇਖਿਆ ਸੀ। ਜਦੋਂ ਉਸ ਔਰਤ ਨੂੰ ਮੇਰੇ ਕੋਲ ਲੈ ਕੇ ਆਏ ਤਾਂ ਉਹ ਆਪਣੇ ਪੈਰਾਂ ਉੱਤੇ ਚੱਲ ਕੇ ਨਹੀਂ ਆਈ, ਸਗੋਂ ਉਸ ਨੂੰ 4 ਲੋਕ ਮੋਢਿਆਂ ਉੱਤੇ ਲੈ ਕੇ ਆਏ ਸਨ ਅਤੇ ਉਹਨਾਂ 4 ਲੋਕਾਂ ਨੇ ਉਸ ਨੂੰ ਕਿਸੇ ਜਨਾਜ਼ੇ ਦੀ ਤਰ੍ਹਾਂ ਉਠਾ ਰੱਖਿਆ ਸੀ, ਪਰ ਉਹ ਹੁਣੇ ਜਿੰਦਾ ਸੀ। ਪਰ ਜਦੋਂ ਮੈਂ ਉਸ ਦੀ ਹਾਲ ਦੇਖੀ ਤਾਂ ਮੈਂ ਵੀ ਇਹੀ ਦੁਆ ਕਰਨ ਲੱਗੀ ਕਿ ਉਸ ਤੋਂ ਚੰਗਾ ਤਾਂ ਇਹ ਜਿੰਦਾ ਹੀ ਨਾ ਹੁੰਦੀ ਤਾਂ ਚੰਗਾ ਸੀ, ਕਿਉਂਕਿ ਉਸ ਦੇ ਨਾਲ ਬਹੁਤ ਵੱਡਾ ਜ਼ੁਲਮ ਹੋ ਚੁੱਕਿਆ ਸੀ। ਕਿਉਂਕਿ ਕੁਝ ਅੰਜਾਮ ਮੌਤ ਨਾਲੋਂ ਵੀ ਬਹੁਤ ਭੈੜੇ ਹੁੰਦੇ ਹਨ ਅਤੇ ਇਹ ਕਹਾਣੀ ਵੀ ਇੱਕ ਅਜਿਹੀ ਹੀ ਦੁਖਿਆਰੀ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਜਿਸ ਦਾ ਨਾਮ ਪ੍ਰੀਤੀ ਸੀ। ਉਹ ਪਿੰਡ ਵਿੱਚ ਰਹਿੰਦੀ ਸੀ ਅਤੇ ਪਿੰਡ ਵਿੱਚ ਰਹਿਣਾ ਕੋਈ ਇੰਨੀ ਬੁਰੀ ਗੱਲ ਨਹੀਂ, ਪਰ ਮੈਨੂੰ ਅਜਿਹਾ ਲੱਗਦਾ ਹੈ ਇਹ ਸਭ ਕੁਝ ਪਿੰਡ ਵਿੱਚ ਰਹਿਣ ਦੀ ਵਜ੍ਹਾ ਨਾਲ ਹੀ ਹੋਇਆ ਸੀ। ਫਿਰ ਜਦੋਂ ਉਸ ਨੂੰ ਮੇਰੇ ਕੋਲ ਲੈ ਕੇ ਆਏ ਤਾਂ ਉਸ ਵਿੱਚ ਜ਼ਿੰਦਗੀ ਥੋੜੀ ਬਾਕੀ ਸੀ। ਉਸ ਦਾ ਪਤੀ ਵੀ ਪਿੰਡ ਦਾ ਰਹਿਣ ਵਾਲਾ ਸੀ, ਪਰ ਇੰਨਾ ਜ਼ਿਆਦਾ ਖੂਬਸੂਰਤ ਆਦਮੀ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ। ਆਪਣੀ ਪਤਨੀ ਲਈ ਪਰੇਸ਼ਾਨ ਵੀ ਬਹੁਤ ਜ਼ਿਆਦਾ ਸੀ। ਪ੍ਰੀਤੀ ਨੂੰ ਵੇਖਿਆ ਜਾਵੇ ਤਾਂ ਉਹ ਬਿਲਕੁਲ ਵੀ ਖੂਬਸੂਰਤ ਨਹੀਂ ਸੀ। ਉਸ ਦਾ ਚਿਹਰਾ ਬਿਲਕੁਲ ਹੀ ਕੁਮਲਾਇਆ ਹੋਇਆ ਲੱਗ ਰਿਹਾ ਸੀ। ਗੱਲਾਂ ਅੰਦਰ ਵੱਲ ਪਿਚਕੀਆਂ ਹੋਈਆਂ ਸਨ, ਰੰਗ ਕਾਲਾ ਪੈ ਚੁੱਕਿਆ ਸੀ ਅਤੇ ਉਹ ਹੱਡੀਆਂ ਦਾ ਢਾਂਚਾ ਬਣ ਚੁੱਕੀ ਸੀ। ਉਸ ਆਦਮੀ ਦੇ ਨਾਲ ਖੜੀ ਹੋਈ ਤਾਂ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ, ਪਰ ਫਿਰ ਵੀ ਉਹ ਉਸ ਦੇ ਲਈ ਬਹੁਤ ਜ਼ਿਆਦਾ ਵਿਆਕੁਲ ਸੀ। ਪਰ ਜਿਵੇਂ ਹੀ ਮੈਂ ਉਸ ਨੂੰ ਚੈੱਕ ਕੀਤਾ, ਮੇਰੀਆਂ ਚੀਕਾਂ ਪੂਰੇ ਹਸਪਤਾਲ ਵਿੱਚ ਗੂੰਜਣ ਲੱਗੀਆਂ। ਸਭ ਲੋਕ ਹੈਰਾਨ ਰਹਿ ਗਏ ਕਿ ਡਾਕਟਰ ਮੈਡਮ ਨੂੰ ਕੀ ਹੋ ਗਿਆ। ਮੇਰਾ ਨਾਮ ਡਾਕਟਰ ਕਮਲ ਹੈ ਅਤੇ ਮੈਂ ਪੂਰੇ ਹਸਪਤਾਲ ਦੀ ਸਭ ਤੋਂ ਚੁੱਪ ਅਤੇ ਖਾਮੋਸ਼ ਰਹਿਣ ਵਾਲੀ ਡਾਕਟਰ ਸੀ। ਯਾਨੀ ਕਿ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ, ਕਿਸੇ ਨੇ ਮੇਰੀ ਉੱਚੀ ਆਵਾਜ਼ ਤੱਕ ਨਹੀਂ ਸੁਣੀ ਸੀ। ਅਤੇ ਹੁਣ ਜਦੋਂ ਮੇਰੀ ਚੀਖ ਸਭ ਤੱਕ ਪਹੁੰਚ ਗਈ ਤਾਂ ਉਹ ਵੀ ਹੈਰਾਨ ਰਹਿ ਗਏ। ਪਰ ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ, ਕਿਉਂਕਿ ਮੈਨੂੰ ਪ੍ਰੀਤੀ ਦੀ ਮਦਦ ਕਰਨੀ ਸੀ ਅਤੇ ਮੈਂ ਉਸ ਨੂੰ ਇੱਥੋਂ ਜਾਣ ਨਹੀਂ ਦੇ ਸਕਦੀ ਸੀ। ਜੇਕਰ ਮੈਂ ਆਪਣੀ ਚਿੰਤਾ ਲੈ ਕੇ ਬੈਠ ਜਾਂਦੀ ਤਾਂ ਉਸ ਦੀ ਮਦਦ ਕੌਣ ਕਰਦਾ, ਅਤੇ ਉਸ ਨੂੰ ਤਾਂ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਜਿਵੇਂ ਹੀ ਮੈਂ ਉਸ ਦਾ ਆਪਰੇਸ਼ਨ ਕੀਤਾ, ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ। ਇਹ ਕੇਸ ਮੇਰੇ ਕੋਲ ਉਸ ਦਿਨ ਆਇਆ ਜਦੋਂ ਹਸਪਤਾਲ ਵਿੱਚ ਮੇਰੇ ਇਲਾਵਾ ਹੋਰ ਕੋਈ ਵੀ ਡਿਊਟੀ ਉੱਤੇ ਨਹੀਂ ਸੀ। ਮੈਂ ਇੱਕ ਡਾਕਟਰ ਸੀ ਤੇ ਸਰਜਨ ਵੀ ਸੀ, ਯਾਨੀ ਕਿ ਮੈਂ ਸਰਜਰੀ ਕਰ ਸਕਦੀ ਸੀ। ਪਰ ਜਿਸ ਹਾਲਤ ਵਿੱਚ ਪ੍ਰੀਤੀ ਨੂੰ ਲਿਆਇਆ ਗਿਆ ਸੀ, ਜੇਕਰ ਮੈਨੂੰ ਕਿਹਾ ਜਾਂਦਾ ਕਿ ਤੁਸੀਂ ਇਕੱਲੇ ਹੀ ਸਰਜਰੀ ਨਾ ਕਰੋ, ਤਦ ਵੀ ਮੈਂ ਨਹੀਂ ਰੁਕਦੀ, ਕਿਉਂਕਿ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਸੀ। ਇਹ ਗੱਲ ਵੱਖਰੀ ਹੈ ਕਿ ਮੇਰੀ ਮਦਦ ਲਈ ਡਾਕਟਰ ਉੱਥੇ ਪਹੁੰਚ ਗਏ ਸਨ, ਕਿਉਂਕਿ ਉਸ ਦੇ ਨਾਲ ਜੋ ਮਾਮਲਾ ਸੀ ਉਹ ਇੱਕ ਡਾਕਟਰ ਦੇ ਬਸ ਦੀ ਗੱਲ ਨਹੀਂ ਸੀ। ਅਸੀਂ ਪੁੱਛਿਆ ਕੀ ਹੋਇਆ ਉਸ ਔਰਤ ਨੂੰ, ਤਾਂ ਸਭ ਤੋਂ ਪਹਿਲਾਂ ਉਸ ਦੇ ਪਤੀ ਨੇ ਦੱਸਿਆ, ਮੈਂ ਇਸ ਦਾ ਪਤੀ ਹਾਂ, ਮੇਰਾ ਨਾਮ ਬਿੰਦਰ ਹੈ ਅਤੇ ਇਹ ਮਾਂ ਬਣਨ ਵਾਲੀ ਹੈ। ਜਦੋਂ ਮੈਂ ਉਸ ਨੂੰ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿ ਉਹ ਔਰਤ ਕਿਸੇ ਵੀ ਤਰੀਕੇ ਮੈਨੂੰ ਪ੍ਰੈਗਨੈਂਟ ਤਾਂ ਨਹੀਂ ਲੱਗ ਰਹੀ ਸੀ, ਕਿਉਂਕਿ ਉਸ ਦਾ ਭਾਰ ਬਹੁਤ ਹੀ ਜ਼ਿਆਦਾ ਘੱਟ ਸੀ। ਪਰ ਥੋੜਾ ਗੌਰ ਕਰਨ ਤੇ ਪਤਾ ਚੱਲਿਆ ਕਿ ਹਾਂ, ਇਹ ਤਾਂ ਪ੍ਰੈਗਨੈਂਟ ਹੈ। ਅਤੇ ਉਂਝ ਵੀ ਪ੍ਰੈਗਨੈਂਟ ਔਰਤ ਦੇ ਭਾਰ ਤੋਂ ਤੁਸੀਂ ਇੰਨੇ ਸਾਰੇ ਅੰਦਾਜ਼ੇ ਨਹੀਂ ਲਗਾ ਸਕਦੇ। ਕੁਝ ਔਰਤਾਂ ਬਹੁਤ ਜ਼ਿਆਦਾ ਕਮਜ਼ੋਰ ਹੁੰਦੀਆਂ ਹਨ, ਪਰ ਉਹਨਾਂ ਦੇ ਬੱਚੇ ਸਿਹਤਮੰਦ ਹੁੰਦੇ ਹਨ, ਅਤੇ ਕੁਝ ਔਰਤਾਂ ਫੁੱਲ ਕੇ ਬਹੁਤ ਵੱਡੀਆਂ ਹੋ ਜਾਂਦੀਆਂ ਹਨ, ਪਰ ਉਹਨਾਂ ਦੇ ਬੱਚੇ ਬਿਲਕੁਲ ਹੀ ਕਮਜ਼ੋਰ ਪੈਦਾ ਹੁੰਦੇ ਹਨ। ਫਿਰ ਕੀ ਸਮੱਸਿਆ ਹੈ? ਤਾਂ ਉਸਨੇ ਅਜੀਬ ਜਿਹੀ ਗੱਲ ਦੱਸੀ ਅਤੇ ਅਸੀਂ ਹੈਰਾਨ ਰਹਿ ਗਏ। ਅਸੀਂ ਉਸ ਨੂੰ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਪਰ ਉਸਨੇ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਉਸ ਦੀ ਨਾਭੀ ਤੋਂ ਕਾਲੀ ਕਾਲੀ ਚੀਟੀਆਂ ਨਿਕਲ ਰਹੀਆਂ ਸਨ ਅਤੇ ਉਹਨਾਂ ਦੋਨਾਂ ਦੇ ਨਾਲ ਉਸ ਔਰਤ ਦੀ ਸੱਸ ਤੇ ਬਿੰਦਰ ਦੀ ਮਾਂ ਵੀ ਆਈ ਹੋਈ ਸੀ। ਉਹ ਚੁੱਪਚਾਪ ਕੋਲ ਹੀ ਖੜੀ ਸੀ ਅਤੇ ਸ਼ਕਲ ਤੋਂ ਹੀ ਬਹੁਤ ਜ਼ਿਆਦਾ ਖਤਰਨਾਕ ਔਰਤ ਲੱਗ ਰਹੀ ਸੀ। ਉਹ ਇੱਕ ਝਗੜਾਲੂ ਸੱਸ ਲੱਗ ਰਹੀ ਸੀ। ਮੈਂ ਉਸ ਦੇ ਪਤੀ ਦੀ ਗੱਲ ਸੁਣੀ ਤਾਂ ਹੈਰਾਨ ਹੋ ਗਈ। ਮੈਂ ਕਿਹਾ, ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ, ਉਂਝ ਹੀ ਚੀਟੀਆਂ ਆ ਗਈਆਂ ਹੋਣਗੀਆਂ, ਕਦੇ ਕਦੇ ਇਨਸਾਨ ਦੇ ਉੱਤੇ ਵੀ ਚੀਟੀਆਂ ਚੜ੍ਹ ਜਾਂਦੀਆਂ ਹਨ। ਤਾਂ ਉਸਨੇ ਕਿਹਾ ਕਿ ਨਹੀਂ, ਮੇਰੀ ਮਾਂ ਨੇ ਵੀ ਇਹ ਮੰਜ਼ਰ ਵੇਖਿਆ ਹੈ। ਅਜੀਬ ਗੱਲ ਸੀ,
ਅਜਿਹੇ ਮੌਕੇ ਉੱਤੇ ਤਾਂ ਸੱਸ ਬਿਲਕੁਲ ਵੀ ਚੁੱਪ ਨਹੀਂ ਰਹਿੰਦੀ। ਮੈਂ ਵੀ ਤਾਂ ਇਸ ਹਸਪਤਾਲ ਵਿੱਚ ਇੰਨੇ ਸਾਲਾਂ ਤੋਂ ਕੰਮ ਕਰ ਰਹੀ ਸੀ। ਇਸ ਤਰ੍ਹਾਂ ਦੀਆਂ ਸੱਸਾਂ ਨਾਲ ਮੇਰਾ ਸਾਹਮਣਾ ਹੁੰਦਾ ਰਹਿੰਦਾ ਸੀ ਅਤੇ ਜੇਕਰ ਉਸਦੇ ਨਾਲ ਉਸਦੀ ਸੱਸ ਆਈ ਹੈ ਤਾਂ ਫਿਰ ਉਹ ਇਸ ਮੌਕੇ ਉੱਤੇ ਚੁੱਪ ਨਹੀਂ ਰਹਿੰਦੀ, ਬੋਲਣਾ ਸ਼ੁਰੂ ਕਰ ਦਿੰਦੀ ਸੀ। ਕਿਸੇ ਦੀ ਨੂੰਹ ਦੇ ਜੇਕਰ ਧੀ ਪੈਦਾ ਹੋ ਜਾਂਦੀ ਤਾਂ ਉਹ ਮੂੰਹੋਂ ਬਹੁਤ ਮੰਦਾ ਬੋਲਣਾ ਸ਼ੁਰੂ ਕਰ ਦਿੰਦੀਆਂ ਸਨ। ਕੋਈ ਇਹ ਕਹਿੰਦੀ ਸੀ ਉਸਨੇ ਆਪਣੇ ਬੱਚੇ ਬੰਦ ਕਰਵਾ ਦਿੱਤੇ ਹਨ ਅਤੇ ਸਾਡੇ ਇੱਥੇ ਬੱਚਾ ਨਹੀਂ ਹੋ ਰਿਹਾ, ਜਦੋਂ ਕਿ ਅਜਿਹਾ ਕੋਈ ਮਾਮਲਾ ਨਹੀਂ ਹੁੰਦਾ ਸੀ। ਸੱਸ ਦਾ ਉਹੀ ਕਿਰਦਾਰ ਜੋ ਹਰ ਜਗ੍ਹਾ ਹੁੰਦਾ ਹੈ। ਹਸਪਤਾਲ ਵਿੱਚ ਵੀ ਅਸੀਂ ਵੇਖਿਆ ਸੀ ਕਿ ਸੱਸ ਹਮੇਸ਼ਾ ਨੂੰਹ ਦੇ ਉੱਤੇ ਹੀ ਇਲਜ਼ਾਮ ਲਗਾਉਂਦੀਆਂ ਹਨ। ਉਹ ਕੁੜੀ ਦੱਸਦੀ ਹੈ ਕਿ ਮੈਂ ਪੜ੍ਹੀ ਲਿਖੀ ਸੀ, ਮੈਂ ਆਪਣੀ ਪੜ੍ਹਾਈ ਬੜੀ ਮੁਸ਼ਕਿਲ ਨਾਲ ਕੀਤੀ ਸੀ, ਮੈਂ ਆਪਣੀ ਜ਼ਿੰਦਗੀ ਨਾਲ ਕੁਝ ਚੰਗਾ ਕਰਨਾ ਚਾਹੁੰਦੀ ਸੀ। ਪਰ ਜਦੋਂ ਵਿਆਹ ਹੋਇਆ ਸਾਨੂੰ ਪਤਾ ਨਹੀਂ ਸੀ ਕਿ ਮੁੰਡੇ ਦੇ ਪਹਿਲਾਂ ਹੀ 2 ਵਿਆਹ ਹੋ ਚੁੱਕੇ ਹਨ। ਮੁੰਡਾ ਬਹੁਤ ਖੂਬਸੂਰਤ ਸੀ, ਹੈਂਡਸਮ ਸੀ, ਇਸ ਲਈ ਸਾਨੂੰ ਲੱਗਿਆ ਕਿ ਮੁੰਡਾ ਚੰਗਾ ਹੈ ਤੇ ਮੇਰਾ ਵਿਆਹ ਕਰਵਾ ਦਿੱਤਾ ਗਿਆ। ਮੇਰੀ ਸੱਸ ਨੇ ਪਹਿਲੇ ਦਿਨ ਤੋਂ ਹੀ ਮੈਨੂੰ ਕਹਿ ਦਿੱਤਾ ਕਿ ਜੇਕਰ ਤੂੰ ਬੇਟੇ ਨੂੰ ਜਨਮ ਨਹੀਂ ਦਿੱਤਾ ਤਾਂ ਫਿਰ ਮੈਂ ਆਪਣੇ ਬੇਟੇ ਨੂੰ ਕਹਾਂਗੀ ਉਹ ਤੈਨੂੰ ਵੀ ਤਲਾਕ ਦੇ ਦੇਵੇਗਾ, ਕਿਉਂਕਿ ਉਸ ਟਾਈਮ ਤੱਕ ਮੈਨੂੰ ਪਤਾ ਚੱਲ ਗਿਆ ਸੀ ਕਿ 2 ਵਾਰ ਅਜਿਹਾ ਹੋ ਚੁੱਕਿਆ ਹੈ। ਘਰ ਵਿੱਚ ਲੜਾਈ ਰਹਿੰਦੀ ਸੀ, ਪਰ ਇੱਕ ਗੱਲ ਹੈ, ਬਿੰਦਰ ਦਾ ਰਵੱਈਆ ਮੇਰੇ ਨਾਲ ਮਾੜਾ ਨਹੀਂ ਸੀ। ਉਸਨੇ ਕਿਹਾ ਕਿ ਮੈਂ ਪਹਿਲਾਂ 2 ਔਰਤਾਂ ਦਾ ਮੂੰਹ ਵੇਖਿਆ ਹੈ, ਉਹ ਦੋਨੇ ਵੀ ਮੈਨੂੰ ਪਸੰਦ ਸੀ ਅਤੇ ਉਹ ਵੀ ਬੁਰੀ ਇਨਸਾਨ ਨਹੀਂ ਸਨ, ਅਤੇ ਦੂਜੀ ਵਾਲੀ ਨੇ ਤਾਂ 3 ਕੁੜੀਆਂ ਨੂੰ ਵੀ ਪੈਦਾ ਕੀਤਾ ਸੀ, ਪਰ ਫਿਰ ਉਹ ਗੁੱਸੇ ਵਿੱਚ ਨਿਕਲ ਗਈ। ਹੁਣ ਮੈਂ ਆਪਣੀਆਂ ਧੀਆਂ ਨੂੰ ਵੀ ਨਹੀਂ ਦੇਖ ਸਕਦਾ। ਕੁੜੀਆਂ ਸੀ ਤਾਂ ਕੀ ਹੋਇਆ, ਮੇਰੀ ਔਲਾਦ ਤਾਂ ਸੀ ਨਾ। ਪਰ ਮੇਰੀ ਮਾਂ ਨੇ ਉਸ ਨੂੰ ਪਤਾ ਨਹੀਂ ਕੀ ਕਿਹਾ ਅਤੇ ਉਸ ਨੂੰ ਘਰ ਤੋਂ ਕੱਢ ਦਿੱਤਾ। ਮੈਨੂੰ ਆਪਣੀਆਂ ਕੁੜੀਆਂ ਨੂੰ ਵੀ ਮਿਲਣਾ ਨਸੀਬ ਨਹੀਂ ਹੋਇਆ। ਹੁਣ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ ਅਤੇ ਤੁਹਾਡੇ ਨਾਲ ਹੀ ਸਾਰੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹਾਂ। ਵਾਰ-ਵਾਰ ਔਰਤਾਂ ਦੀ ਸ਼ਕਲ ਨਹੀਂ ਦੇਖ ਸਕਦਾ। ਤੰਗ ਆ ਗਿਆ ਹਾਂ ਅਤੇ ਥੱਕ ਗਿਆ ਹਾਂ। ਮੈਂ ਆਪਣਾ ਘਰ ਬਚਾਉਣਾ ਚਾਹੁੰਦੀ ਸੀ ਅਤੇ ਮੈਂ ਆਪਣੇ ਪਤੀ ਨੂੰ ਨਹੀਂ ਦੱਸਦੀ ਸੀ ਕਿ ਮੇਰੀ ਸੱਸ ਮੇਰੇ ਨਾਲ ਕੀ ਕਰਦੀ ਹੈ। ਮੇਰੀ ਸੱਸ ਨੇ ਕਿਹਾ ਕਿ ਪਹਿਲਾਂ 2 ਵਾਰ ਤਾਂ ਮੇਰੀ ਗਲਤੀ ਸੀ, ਪਰ ਹੁਣ ਮੈਂ ਵੀ ਫੂਕ ਕੇ ਕਦਮ ਰੱਖਾਂਗੀ। ਉਹ ਮੈਨੂੰ ਵਿਆਹ ਦੇ ਪਹਿਲੇ ਮਹੀਨੇ ਹੀ ਡਾਕਟਰ ਕੋਲ ਲੈ ਗਈ ਤਾਂ ਡਾਕਟਰ ਨੇ ਅੱਗੇ ਤੋਂ ਬੁਰੀ ਖਬਰ ਸੁਣਾ ਦਿੱਤੀ। ਉਸਨੇ ਕਿਹਾ ਕਿ ਇਸ ਔਰਤ ਦੇ ਨਾਲ ਥੋੜੀ ਸਮੱਸਿਆ ਹੈ, ਸ਼ਾਇਦ ਇਸ ਨੂੰ ਮਾਂ ਬਣਨ ਵਿੱਚ ਮੁਸ਼ਕਿਲ ਹੋ ਜਾਵੇ, ਇਲਾਜ ਕਰਵਾਉਣਾ ਪਵੇਗਾ। ਡਾਕਟਰ ਨੇ 3 ਵਾਰ ਕਿਹਾ ਇਹ ਵਾਂਝ ਨਹੀਂ ਹੈ, ਬਸ ਥੋੜੀ ਸਮੱਸਿਆ ਹੈ, ਦਵਾਈ ਨਾਲ ਠੀਕ ਹੋ ਜਾਵੇਗੀ। ਪਰ ਮੇਰੀ ਸੱਸ ਨੇ ਘਰ ਆ ਕੇ ਰੋਲਾ ਪਾ ਦਿੱਤਾ, ਇਹ ਔਰਤਾਂ ਬੱਚਾ ਹੀ ਪੈਦਾ ਨਹੀਂ ਕਰ ਸਕਦੀ, ਅਤੇ ਜ਼ਮੀਨ ਉੱਤੇ ਬੈਠ ਗਈ। ਸਾਡੇ ਨਸੀਬ ਵਿੱਚ ਵੀ ਸਾਰੀ ਅਜਿਹੀ ਔਰਤਾਂ ਹੀ ਲਿਖੀਆਂ ਹੋਈਆਂ ਹਨ। ਮੇਰੇ ਬੇਟੇ ਦੇ ਤਾਂ ਨਸੀਬ ਹੀ ਫੁੱਟ ਗਏ। ਜਿੰਨੀ ਪਿਆਰੀ ਸ਼ਕਲ ਹੈ, ਮੇਰੇ ਬੇਟੇ ਦੇ ਨਸੀਬ ਓਨੇ ਹੀ ਭੈੜੇ ਹਨ। ਕੀ ਕਰੀਏ? ਮੈਂ ਆਪਣੇ ਪਤੀ ਦੀ ਕਸਮ ਖਾ ਕੇ ਕਿਹਾ ਕਿ ਡਾਕਟਰ ਨੇ ਕਿਹਾ ਹੈ ਬਸ 3 ਮਹੀਨੇ ਦਾ ਇਲਾਜ ਹੈ, ਉਸ ਦੇ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਬਿੰਦਰ ਨੇ ਮੇਰੀ ਗੱਲ ਮੰਨ ਲਈ ਅਤੇ ਇਲਾਜ ਸ਼ੁਰੂ ਕਰਵਾ ਦਿੱਤਾ। ਪਰ ਇਹ ਕਿੱਥੇ ਲਿਖਿਆ ਹੈ ਜਿਵੇਂ ਹੀ ਇਲਾਜ ਖਤਮ ਹੋਵੇਗਾ ਤਾਂ ਨਾਲ ਹੀ ਤੁਹਾਨੂੰ ਆਰਾਮ ਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਡਾਕਟਰ ਸਾਹਿਬਾ, ਇੰਨੀ ਜਲਦੀ ਆਰਾਮ ਕਿੱਥੇ ਮਿਲਦਾ ਹੈ। ਮੇਰੀ ਸੱਸ ਮੇਰੇ ਨਾਲ ਨਾ ਜਾਣੇ ਹੋਰ ਕੀ ਕਰਦੀ ਰਹੀ। ਜਦੋਂ ਉਸ ਕੁੜੀ ਨੇ ਅਜਿਹੀ ਗੱਲ ਕੀਤੀ ਤਾਂ ਮੈਂ ਕਿਹਾ ਹੋਰ ਕੀ ਕਰਦੀ ਸੀ? ਤਾਂ ਪ੍ਰੀਤੀ ਕਹਿਣ ਲੱਗੀ ਉਹ ਮੈਨੂੰ ਕਦੇ ਕੋਈ ਜੜੀ ਬੂਟੀ ਖਵਾਉਂਦੀ ਤਾਂ ਕਦੇ ਕੋਈ ਕਾੜਾ ਬਣਾ ਕੇ ਪਿਲਾਉਂਦੀ, ਕਦੇ ਕਿਸੇ ਬਾਬੇ ਕੋਲ ਲੈ ਜਾਂਦੀ ਤਾਂ ਕਦੇ ਕਿਸੇ ਬਾਬੇ ਕੋਲ। ਤੁਸੀਂ ਭਰੋਸਾ ਨਹੀਂ ਕਰੋਗੇ ਡਾਕਟਰ ਸਾਹਿਬ, ਇਸ ਔਰਤ ਨੇ ਮੇਰਾ ਇੰਨਾ ਬੁਰਾ ਹਾਲ ਕਰ ਦਿੱਤਾ ਅਤੇ ਮੇਰਾ ਜੀਣਾ ਹਰਾਮ ਕਰ ਦਿੱਤਾ ਸੀ। ਇੱਕ ਵਾਰ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਪਾਲਕ ਖਾਣ ਨਾਲ ਔਰਤਾਂ ਵਿੱਚ ਬਾਂਝਪਨ ਖਤਮ ਹੋ ਜਾਂਦਾ ਹੈ। ਉਸ ਔਰਤ ਨੇ ਮੈਨੂੰ 3 ਮਹੀਨੇ ਤੱਕ ਪਾਲਕ ਦੇ ਇਲਾਵਾ ਕੁਝ ਖਾਣ ਨਾ ਦਿੱਤਾ। ਪਾਲਕ ਖਾ ਕੇ ਮੈਂ ਕਮਜ਼ੋਰ ਹੋ ਗਈ ਸੀ ਅਤੇ ਮੇਰੇ ਤੋਂ ਚੱਲਿਆ ਵੀ ਨਾ ਜਾਂਦਾ, ਨਾ ਉੱਠਿਆ ਜਾਂਦਾ। ਫਿਰ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸ ਦਿੱਤੀ। ਉਹਨਾਂ ਨੂੰ ਵੀ ਇਹ ਗੱਲ ਠੀਕ ਨਹੀਂ ਲੱਗੀ ਕਿ 3 ਮਹੀਨੇ ਤੋਂ ਤੈਨੂੰ ਸਿਰਫ ਪਾਲਕ ਹੀ ਖਿਲਾਈ ਜਾ ਰਹੀ ਹੈ। ਫਿਰ ਕਿਤੇ ਜਾ ਕੇ ਮੇਰੀ ਜਾਨ ਛੁੱਟੀ ਸੀ। ਹੁਣੇ ਵੀ ਕਹਿੰਦੀ ਸੀ ਜੇਕਰ ਇਹ ਪਾਲਕ ਖਾਂਦੀ ਰਹਿੰਦੀ ਤਾਂ ਇਸ ਨੂੰ ਜ਼ਰੂਰ ਬੱਚਾ ਹੋ ਜਾਣਾ ਸੀ। ਪਤਾ ਨਹੀਂ ਕਿਸ ਤਰ੍ਹਾਂ ਅੱਲਾ ਨੇ ਮੇਰੇ ਉੱਤੇ ਕਰਮ ਕਰ ਦਿੱਤਾ ਅਤੇ ਮੈਂ ਪ੍ਰੈਗਨੈਂਟ ਹੋ ਗਈ। ਪਰ ਇਹ ਪ੍ਰੈਗਨੈਂਸੀ ਉਸ ਵਕਤ ਠਹਿਰੀ ਸੀ ਜਦੋਂ ਮੇਰੀ ਸੱਸ ਇੱਕ ਪੁਰਾਣੇ ਬਾਬੇ ਤੋਂ ਇਲਾਜ ਕਰਵਾ ਰਹੀ ਸੀ, ਜੋ ਆਪਣੇ ਆਪ ਨੂੰ ਬਾਬਾ ਵੀ ਕਹਿੰਦਾ ਸੀ ਅਤੇ ਡਾਕਟਰ ਵੀ। ਅਤੇ ਉਸਨੇ ਮੈਨੂੰ ਬਹੁਤ ਹੀ ਘਟੀਆ ਤਰੀਕੇ ਦਾ ਨੁਸਖਾ ਦੱਸਿਆ ਸੀ ਅਤੇ ਕਿਹਾ ਸੀ ਕਿ ਤੈਨੂੰ ਇੱਕ ਅਮਲ ਕਰਨ ਨਾਲ ਅਤੇ ਇਸ ਦੇ ਬਾਅਦ ਤੁਹਾਡੇ ਇੱਥੇ ਸਿਰਫ ਔਲਾਦ ਹੀ ਨਹੀਂ ਹੋਵੇਗੀ, ਸਗੋਂ ਪੁੱਤਰ ਹੀ ਪੈਦਾ ਹੋਵੇਗਾ। ਮੇਰੀ ਬੁਰੀ ਕਿਸਮਤ ਸੀ ਕਿ ਉਸੇ ਅਮਲ ਦੇ ਤਹਿਤ ਹੀ ਮੈਂ ਪ੍ਰੈਗਨੈਂਟ ਹੋ ਗਈ ਅਤੇ ਮੇਰੀ ਸੱਸ ਨੂੰ ਭਰੋਸਾ ਹੋ ਗਿਆ ਕਿ ਬਾਬਾ ਦੀ ਦਵਾਈ ਵਿੱਚ ਹੀ ਅਸਰ ਹੈ। ਮੈਂ ਪੁੱਛਿਆ ਕਿ ਕਿਵੇਂ ਦੀ ਦਵਾਈ ਸੀ?
ਤਾਂ ਉਸਨੇ ਕਿਹਾ ਕਿ ਕੋਈ ਦਵਾਈ ਨਹੀਂ ਸੀ, ਬਸ ਕਹਿੰਦਾ ਸੀ ਕਿ ਖਾਣੇ ਵਿੱਚ ਬਸ ਮਿੱਠਾ ਖਾਣਾ ਹੈ ਅਤੇ ਹਰ ਰੋਜ਼ ਕੁਝ ਨਾ ਕੁਝ ਮਿੱਠਾ ਜ਼ਰੂਰ ਖਾਣਾ ਹੈ, ਜਿੰਨਾ ਹੋ ਸਕੇ। ਕਦੇ ਬਰਫੀ, ਕਦੇ ਮਠਿਆਈ, ਕਦੇ ਸੋਨ ਪਾਪੜੀ। ਮਿੱਠਾ ਖਾ ਖਾ ਕੇ ਮੇਰੀ ਸ਼ੂਗਰ ਬਿਲਕੁਲ ਹਾਈ ਲੈਵਲ ਉੱਤੇ ਪਹੁੰਚ ਗਈ। ਦਿਨੋਂ ਦਿਨ ਮੇਰਾ ਸਰੀਰ ਕਮਜ਼ੋਰ ਹੋਣ ਲੱਗਿਆ। ਲੋਕ ਸਮਝਦੇ ਹਨ ਕਿ ਮਿੱਠਾ ਖਾਣ ਨਾਲ ਇਨਸਾਨ ਮੋਟਾ ਹੁੰਦਾ ਹੈ, ਪਰ ਜਦੋਂ ਤੁਸੀਂ ਇੰਨਾ ਮਿੱਠਾ ਖਾ ਰਹੇ ਹੁੰਦੇ ਹੋ ਤਾਂ ਤੁਹਾਨੂੰ ਸਿਰਫ ਨੁਕਸਾਨ ਹੀ ਹੁੰਦਾ ਹੈ। ਅਤੇ ਉਸ ਬਾਬਾ ਨੇ ਇੱਕ ਬਹੁਤ ਹੀ ਅਜੀਬ ਜਿਹਾ ਸ਼ਰਮਨਾਕ ਤਰ੍ਹਾਂ ਦਾ ਅਮਲ ਦੱਸਿਆ ਸੀ। ਮੈਂ ਪੁੱਛਿਆ ਕਿ ਕਿਵੇਂ ਦਾ ਅਮਲ, ਦੱਸੋ ਮੈਨੂੰ। ਪ੍ਰੀਤੀ, ਹੁਣ ਤੂੰ ਇੱਥੇ ਆ ਗਈ ਹੈ ਤਾਂ ਆਪਣੀ ਸਾਰੀ ਕਹਾਣੀ ਦੱਸ ਦੇ। ਬਹੁਤ ਜਲਦੀ ਸੁਣਾ ਰਹੀ ਸੀ, ਕਿਉਂਕਿ ਉਸਨੂੰ ਪਤਾ ਸੀ ਕਿ ਉਸਦੇ ਕੋਲ ਹੁਣ ਜ਼ਿਆਦਾ ਵਕਤ ਨਹੀਂ। ਕਹਿਣ ਲੱਗੀ ਕਿ ਉਸ ਬਾਬਾ ਨੇ ਕਿਹਾ ਸੀ ਕਿਤੇ ਤੋਂ 21 ਕਾਲੀਆਂ ਚੀਟੀਆਂ ਫੜ ਕੇ ਲਿਆਓ, ਉਹਨਾਂ ਨੂੰ ਇੱਕ ਮਲਮਲ ਦੇ ਕੱਪੜੇ ਵਿੱਚ ਪਾ ਕੇ ਉਸ ਔਰਤ ਦੇ ਨਾਭੀ ਉੱਤੇ ਬੰਨ੍ਹਣਾ ਹੈ। ਮਲਮਲ ਦਾ ਕੱਪੜਾ ਬਹੁਤ ਹੀ ਬਾਰੀਕ ਹੁੰਦਾ ਹੈ। ਉਸਨੇ ਕਿਹਾ ਕਿ ਚੀਟੀਆਂ ਮਰਨੀਆਂ ਨਹੀਂ ਚਾਹੀਦੀਆਂ ਹਨ, ਜਿੰਦਾ ਹੋਣੀ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਨਾਭੀ ਉੱਤੇ ਬੰਨ੍ਹਣਾ ਹੈ। ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਇਹ ਬਹੁਤ ਆਸਾਨ ਕੰਮ ਹੈ, ਪਰ ਚੀਟੀਆਂ ਦਾ ਮਤਲਬ ਪਤਾ ਹੈ ਤੁਹਾਨੂੰ ਡਾਕਟਰ ਸਾਹਿਬ? ਫਾਇਰ ਅਟੈਂਸ਼ਨ। ਜਦੋਂ ਉਸਨੇ ਕਿਹਾ ਕਿ ਫਾਇਰ ਅਟੈਂਸ਼ਨ, ਤਾਂ ਮੈਂ ਇੱਕ ਗੱਲ ਸੁਣ ਕੇ ਹੈਰਾਨ ਰਹਿ ਗਈ। ਪ੍ਰੀਤੀ ਉਹਨਾਂ ਕੀੜੀਆਂ ਦੀ ਗੱਲ ਕਰ ਰਹੀ ਸੀ ਜੋ ਲਾਲ ਰੰਗ ਦੀਆਂ ਹੁੰਦੀਆਂ ਹਨ, ਸਾਈਜ਼ ਵਿੱਚ ਥੋੜੀ ਵੱਡੀ ਹੁੰਦੀਆਂ ਹਨ ਅਤੇ ਕਹਿੰਦੇ ਹਨ ਜੇਕਰ ਉਹ ਤੁਹਾਡੇ ਜਿਸਮ ਦੇ ਕਿਸੇ ਹਿੱਸੇ ਉੱਤੇ ਕੱਟ ਲਵੇ ਤਾਂ ਤੁਸੀਂ ਮਰ ਵੀ ਸਕਦੇ ਹੋ ਅਤੇ ਉਹਨਾਂ ਦੇ ਕੱਟਣ ਨਾਲ ਬਹੁਤ ਹੀ ਭੈੜਾ ਦਰਦ ਹੁੰਦਾ ਹੈ, ਇੱਥੋਂ ਤੱਕ ਕਿ ਬੁਖਾਰ ਵੀ ਹੋ ਜਾਂਦਾ ਹੈ। ਅਤੇ ਇਹ ਔਰਤ ਉਹਨਾਂ ਚੀਟੀਆਂ ਨੂੰ ਜਿਉਂਦਾ ਆਪਣੀ ਨਾਭੀ ਤੇ ਬੰਨ੍ਹ ਦਿੰਦੀ ਸੀ। ਮੈਂ ਕਿਹਾ ਕਿ ਇਹ ਤੂੰ ਕਿਵੇਂ ਦੀਆਂ ਗੱਲਾਂ ਕਰ ਰਹੀ ਹੈ, ਕੀ ਤੈਨੂੰ ਦਰਦ ਨਹੀਂ ਹੁੰਦਾ ਸੀ? ਤਾਂ ਇਸ ਗੱਲ ਉੱਤੇ ਉਹ ਦਰਦ ਨਾਲ ਮੁਸਕਰਾਉਣ ਲੱਗੀ। ਮਤਲਬ ਉਸਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਚਿਹਰੇ ਉੱਤੇ ਗੁੱਸੇ ਭਰੀ ਮੁਸਕਾਨ ਸੀ। ਦਰਦ ਇੰਨਾ ਹੋਇਆ ਕਿ ਦਰਦ ਹੋਣਾ ਹੀ ਬੰਦ ਹੋ ਗਿਆ। ਪਹਿਲਾਂ ਉਹ ਚੀਟੀਆਂ ਜਿੰਦਾ ਹੁੰਦੀ ਸੀ, ਮੈਨੂੰ ਕੱਟਦੀ ਰਹਿੰਦੀ ਸੀ। ਉਸ ਫਾਲਤੂ ਆਦਮੀ ਨੇ ਜੋ ਪੀਰ ਬਾਬਾ ਬਣਿਆ ਹੋਇਆ ਸੀ, ਉਸਨੇ ਕਿਹਾ ਕਿ ਜਿੰਨਾ ਤੁਹਾਡੀ ਨੂੰ ਚੀਖੇਗੀ ਓਨਾ ਹੀ ਉਸ ਉੱਤੇ ਅਸਰ ਘੱਟ ਹੋਵੇਗਾ, ਕਿਉਂਕਿ ਉਸ ਉੱਤੇ ਕਿਸੇ ਨੇ ਜਾਦੂ ਕੀਤਾ ਹੋਇਆ ਹੈ। ਜੇਕਰ ਇਹ ਚੀਖੇਗੀ ਤਾਂ ਤੁਸੀਂ ਉਹਨਾਂ ਚੀਟੀਆਂ ਨੂੰ ਹਟਾਉਣਾ ਨਹੀਂ, ਸਗੋਂ ਤੁਸੀਂ ਉਸ ਵੱਲ ਧਿਆਨ ਹੀ ਨਹੀਂ ਦੇਣਾ। ਥੋੜੀ ਦੇਰ ਬਾਅਦ ਆਪਣੇ ਆਪ ਠੀਕ ਹੋ ਜਾਵੇਗੀ। ਥੋੜੀ ਦੇਰ ਬਾਅਦ ਮੈਂ ਆਪਣੇ ਆਪ ਇਸ ਲਈ ਠੀਕ ਹੋ ਜਾਂਦੀ ਸੀ ਕਿਉਂਕਿ ਉਹ ਚੀਟੀਆਂ ਵੀ ਮਰ ਜਾਂਦੀਆਂ ਸਨ। ਉਸਨੇ ਕਿਹਾ ਕਿ ਸ਼ੁਰੂ ਦੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇਹੀ ਅਮਲ ਕਰਨਾ ਹੈ ਅਤੇ ਇਸ ਦੇ ਨਾਲ ਹੀ ਤੁਹਾਡੇ ਇੱਥੇ ਔਲਾਦ ਵੀ ਆ ਜਾਵੇਗੀ ਅਤੇ ਇਨਸ਼ਾਅੱਲਾ ਪੁੱਤਰ ਹੀ ਹੋਵੇਗਾ। ਮੈਂ ਪੁੱਛਿਆ ਕਿ ਤੁਹਾਡੇ ਪਤੀ ਨੂੰ ਪਤਾ ਨਹੀਂ ਚੱਲਦਾ ਸੀ? ਤੂੰ ਤਾਂ ਕਹਿ ਰਹੀ ਹੈ ਕਿ ਉਹ ਬਹੁਤ ਚੰਗਾ ਇਨਸਾਨ ਹੈ। ਉਸਨੇ ਕਿਹਾ ਕਿ ਡਾਕਟਰ ਸਾਹਿਬ, ਚੰਗਾ ਇਸ ਲਈ ਕਹਿ ਰਹੀ ਹਾਂ ਕਿ ਜਿੰਨੇ ਵੀ ਲੋਕਾਂ ਨੂੰ ਆਸ-ਪਾਸ ਵੇਖਿਆ ਹੈ, ਜਿੰਨੀ ਵੀ ਔਰਤਾਂ ਦੇ ਪਤੀ ਨੂੰ ਵੇਖਿਆ ਹੈ, ਸਭ ਬੁਰੇ ਹੀ ਤਾਂ ਹਨ ਅਤੇ ਕੋਈ ਉਹਨਾਂ ਦਾ ਖਿਆਲ ਨਹੀਂ ਰੱਖਦਾ, ਉਹਨਾਂ ਦਾ ਕੋਈ ਅਹਿਸਾਸ ਨਹੀਂ ਕਰਦਾ। ਅਜਿਹੇ ਵਿੱਚ ਮੇਰਾ ਪਤੀ ਬਸ ਥੋੜਾ ਬਹੁਤ ਚੰਗਾ ਸੀ, ਮੇਰਾ ਥੋੜਾ ਜਿਹਾ ਅਹਿਸਾਸ ਕਰ ਲੈਂਦਾ ਸੀ, ਵਰਨਾ ਜੇ ਇਹ ਚੰਗਾ ਇਨਸਾਨ ਹੁੰਦਾ ਤਾਂ ਮੈਂ ਅੱਜ ਇਸ ਮੁਕਾਮ ਉੱਤੇ ਨਾ ਖੜੀ ਹੁੰਦੀ। ਉਹਨਾਂ ਨੂੰ ਵੀ ਇਸ ਦੇ ਬਾਰੇ ਵਿੱਚ ਥੋੜਾ ਬਹੁਤ ਪਤਾ ਸੀ। ਉਸਨੇ ਕਿਹਾ ਕਿ ਜੋ ਮਾਂ ਕਹਿ ਰਹੀ ਹੈ ਠੀਕ ਕਹਿ ਰਹੀ ਹੈ। ਸਾਡੇ ਝਗੜੇ ਹੁੰਦੇ ਸਨ। ਮੈਂ ਕਿਹਾ ਕਿ ਮੈਨੂੰ ਬਚਾਓ, ਆਪਣੀ ਮਾਂ ਨੂੰ ਰੋਕੋ। ਤਾਂ ਉਸਨੇ ਕਿਹਾ ਇਸ ਅਮਲ ਨਾਲ ਹੀ ਤਾਂ ਸਾਡੇ ਇੱਥੇ ਔਲਾਦ ਆਉਣ ਵਾਲੀ ਹੈ। ਉਹਨਾਂ ਮਾਂ ਬੇਟੇ ਦਾ ਦਿਮਾਗ ਅਜਿਹਾ ਹੀ ਸੀ, ਇੱਕ ਵਾਰ ਜੋ ਉਹਨਾਂ ਦੇ ਦਿਮਾਗ ਵਿੱਚ ਗੱਲ ਚਲੀ ਜਾਂਦੀ ਸੀ ਫਿਰ ਉਸ ਨੂੰ ਸੱਚ ਮੰਨ ਬੈਠਦੇ ਸਨ। ਡਾਕਟਰ ਨੇ ਇੰਨਾ ਕਹਿ ਦਿੱਤਾ ਕਿ ਮੇਰੇ ਨਾਲ ਥੋੜੀ ਸਮੱਸਿਆ ਹੈ ਅਤੇ ਮੈਂ ਕਦੇ ਮਾਂ ਨਹੀਂ ਬਣ ਸਕਦੀ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਸੀ। ਵਾਰ-ਵਾਰ ਮੇਰਾ ਪਤੀ ਇਹੀ ਕਹਿੰਦਾ ਸੀ ਕਿ ਤੂੰ ਆਪਣੇ ਘਰ ਤੋਂ ਹੀ ਬਾਂਝ ਆਈ ਸੀ। ਮੇਰੀ ਮਾਂ ਤੁਹਾਡਾ ਇਲਾਜ ਕਰਵਾਉਣਾ ਚਾਹੁੰਦੀ ਹੈ ਅਤੇ ਆਪਣੇ ਵੱਲੋਂ ਮੇਰੀ ਮਾਂ ਨੇ ਤੁਹਾਡਾ ਇਲਾਜ ਕਰਵਾਇਆ ਵੀ ਹੈ। ਤੁਹਾਡਾ ਇਲਾਜ ਕਰਵਾਉਣ ਦੇ ਪਿੱਛੇ ਉਹ ਜਗ੍ਹਾ-ਜਗ੍ਹਾ ਫਿਰਦੀ ਰਹੀ, ਪੈਸੇ ਵਕਤੋਂ ਖਰਚ ਹੋ ਰਹੇ ਹਨ, ਪਰ ਉਸਨੇ ਉਫ ਤੱਕ ਨਹੀਂ ਕਿਹਾ। ਅਤੇ ਹੁਣ ਤੂੰ ਕਹਿੰਦੀ ਹੈ ਕਿ ਮੈਨੂੰ ਬਚਾਓ। ਮੈਂ ਇਹ ਕਿਵੇਂ ਭੁੱਲ ਸਕਦੀ ਸੀ? ਇਹ ਉਹੀ ਆਦਮੀ ਹੈ ਜਿਸ ਨੇ ਆਪਣੀ ਮਾਂ ਦੇ ਕਹਿਣ ਉੱਤੇ ਆਪਣੀ ਪਹਿਲੀ ਪਤਨੀ ਨੂੰ ਛੱਡਿਆ ਸੀ, ਜਿਸ ਨਾਲ ਉਸਦੀ ਪਸੰਦ ਦਾ ਵਿਆਹ ਹੋਇਆ ਸੀ, ਅਤੇ ਫਿਰ ਉਸੇ ਮਾਂ ਦੇ ਕਹਿਣ ਦੇ ਉੱਤੇ ਆਪਣੀ ਦੂਜੀ ਪਤਨੀ ਨੂੰ ਵੀ ਛੱਡ ਦਿੱਤਾ, ਜਿਸ ਨੇ ਉਸ ਨੂੰ 3 ਬੇਟੀਆਂ ਪੈਦਾ ਕਰਕੇ ਦਿੱਤੀਆਂ ਸਨ। ਤਾਂ ਮੇਰੇ ਨਾਲ ਕਿਵੇਂ ਠੀਕ ਹੋ ਸਕਦਾ ਸੀ? ਬਸ ਹੁਣੇ ਦੁਬਾਰਾ ਤੋਂ ਕਿਸੇ ਹੋਰ ਔਰਤ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ ਸੀ, ਵਰਨਾ ਮੇਰੇ ਨਾਲ ਵੀ ਉਸ ਨੂੰ ਕੋਈ ਪਿਆਰ ਨਹੀਂ ਸੀ। ਅਤੇ ਮੇਰੀ ਇਹ ਜੋ ਸ਼ਕਲ ਹੋਈ ਹੈ ਨਾ ਡਾਕਟਰ ਸਾਹਿਬ, ਜੇਕਰ ਮੈਂ ਤੁਹਾਨੂੰ ਆਪਣੀ ਪੁਰਾਣੀ ਤਸਵੀਰ ਦਿਖਾ ਦੇਵਾਂ ਤਾਂ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਖੂਬਸੂਰਤ ਸੀ, ਪਰ ਇਸ ਇਨਸਾਨ ਦੇ ਨਾਲ ਰਹਿ ਕੇ ਮੇਰੀ ਇਹ ਹਾਲਤ ਹੋ ਗਈ। ਅਤੇ ਜੋ ਇਸ਼ਾਰਾ ਮੈਂ ਤੁਹਾਨੂੰ ਕੀਤਾ ਉਹ ਵੀ ਮੈਂ ਉਸੇ ਦੇ ਫੋਨ ਵਿੱਚ ਦੇਖਿਆ ਸੀ। ਇਹ ਕੋਈ ਰੀਲ ਵੇਖ ਰਿਹਾ ਸੀ
ਉਸੇ ਵਿੱਚ ਦੱਸ ਰਹੇ ਸਨ। ਮੈਂ ਉੱਥੇ ਤੋਂ ਸਿੱਖ ਲਿਆ ਜੋ ਅੱਜ ਮੇਰੇ ਕੰਮ ਆ ਗਿਆ। ਮੈਂ ਕਿਹਾ ਕਿ ਤੁਹਾਡੇ ਮਾਂ-ਬਾਪ ਨੂੰ ਇਸ ਦੇ ਬਾਰੇ ਵਿੱਚ ਪਤਾ ਹੈ? ਤੁਹਾਡੀ ਇੰਨੀ ਸਾਰੀ ਭੈਣਾਂ ਸਨ। ਤਾਂ ਪ੍ਰੀਤੀ ਨੇ ਕਿਹਾ ਕਿ ਇਹ ਵੀ ਇੱਕ ਵੱਖ ਕਹਾਣੀ ਹੈ। ਜਦੋਂ ਮੈਂ ਆਪਣੀ ਮਾਂ ਨੂੰ ਇਹ ਸਭ ਕੁਝ ਦੱਸਿਆ ਤਾਂ ਮੇਰੀ ਮਾਂ ਨੇ ਕਿਹਾ, ਜੇਕਰ ਤੂੰ ਵਾਪਸ ਆ ਕੇ ਬੈਠ ਗਈ ਤਾਂ ਤੁਹਾਡੀਆਂ ਹੋਰ ਭੈਣਾਂ ਦੇ ਰਿਸ਼ਤੇ ਨਹੀਂ ਹੋਣਗੇ। ਪਹਿਲਾਂ ਵੀ ਬੜੀ ਮੁਸ਼ਕਲ ਨਾਲ ਤੁਹਾਡਾ ਰਿਸ਼ਤਾ ਕਰਵਾਇਆ ਸੀ। ਮੈਂ ਉਹਨਾਂ ਨੂੰ ਕਿਹਾ, ਕਿਉਂ? ਮੇਰੇ ਹੱਥ ਪੈਰ ਟੁੱਟੇ ਹੋਏ ਸਨ, ਮੇਰੀ ਸ਼ਕਲ ਬੁਰੀ ਸੀ ਜੋ ਤੁਸੀਂ ਲੋਕਾਂ ਸ਼ਾਦੀशुदा ਆਦਮੀ ਨਾਲ ਮੇਰਾ ਵਿਆਹ ਕਰਵਾ ਦਿੱਤਾ। ਮੇਰੀ ਮਾਂ ਨੇ ਕਿਹਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣਾ, ਕਿਉਂਕਿ ਅਜਿਹੀ ਗੱਲਾਂ ਦਾ ਹੱਲ ਫਿਰ ਕੋਈ ਨਹੀਂ ਨਿਕਲਦਾ। ਰਿਸ਼ਤੇ ਟੁੱਟ ਜਾਂਦੇ ਹਨ। ਆਪਣੇ ਪਤੀ ਨਾਲ ਆਪਣਾ ਰਿਸ਼ਤਾ ਖਰਾਬ ਨਾ ਕਰ। ਉਸਨੇ ਆਪਣੀ ਮਾਂ ਦੇ ਇੱਕ ਇਸ਼ਾਰੇ ਉੱਤੇ ਤਲਾਕ ਦੇ ਦੇਣਾ ਹੈ। ਜੇਕਰ ਉਸਨੇ ਤੈਨੂੰ ਵੀ ਤਲਾਕ ਦੇ ਦਿੱਤਾ ਤਾਂ ਅਸੀਂ ਕੀ ਕਰਾਂਗੇ? ਮੈਂ ਕਿਹਾ, ਕੀ ਕਰਾਂਗੇ? ਕੀ ਮਤਲਬ? ਕਿ ਮੈਂ ਆਪਣੇ ਘਰ ਵਾਪਸ ਨਹੀਂ ਆ ਸਕਦੀ? ਅਸੀਂ ਕੀ ਕਰ ਸਕਦੇ ਹਾਂ? ਫਿਰ ਤੋਂ ਤੁਹਾਡਾ ਵਿਆਹ ਕਰਵਾਵਾਂਗੇ। ਪਹਿਲਾਂ ਹੀ ਅੱਲਾ ਨੇ 7 ਬੇਟੀਆਂ ਦਿੱਤੀਆਂ ਹਨ ਅਤੇ ਫਿਰ ਧੀ ਦਾ ਵਿਆਹ ਦੂਜੀ ਵਾਰ ਕਰਵਾਉਣਾ ਕੋਈ ਆਸਾਨ ਕੰਮ ਨਹੀਂ। ਹੁਣ ਉਹ ਜਿਹੋ ਜਿਹਾ ਵੀ ਹੈ, ਬਸ ਤੂੰ ਉਸ ਦੇ ਨਾਲ ਚੰਗੇ ਨਾਲ ਰਹੋ। ਉਸ ਦਿਨ ਦੇ ਬਾਅਦ ਤੋਂ ਤਾਂ ਮੈਂ ਬਿੰਦਰ ਦੀ ਖਬਰ ਪਹੁੰਚਾਉਣਾ ਵੀ ਛੱਡ ਦਿੱਤਾ। ਅਤੇ ਅਜੀਬ ਜਿਹੀ ਗੱਲ ਹੈ, ਉਹਨਾਂ ਲੋਕਾਂ ਨੇ ਵੀ ਕਦੇ ਨਹੀਂ ਪੁੱਛਿਆ। 2 ਭੈਣਾਂ ਦਾ ਵਿਆਹ ਵੀ ਹੋ ਗਿਆ। ਉਹ ਆਪਣੇ ਘਰਾਂ ਵਿੱਚ ਖੁਸ਼ ਹਨ। ਮੇਰੇ ਬਾਰੇ ਵਿੱਚ ਕਿਸੇ ਨੂੰ ਨਹੀਂ ਪਤਾ। ਘਰ ਦੀ ਵੱਡੀ ਧੀਆਂ ਸ਼ਾਇਦ ਇਸੇ ਤਰ੍ਹਾਂ ਜਲੀਲ ਹੁੰਦੀਆਂ ਹਨ। ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਵੀ ਉਸੇ ਉੱਤੇ ਹੀ ਹੁੰਦੀ ਹੈ। ਸਭ ਤੋਂ ਜ਼ਿਆਦਾ ਕੁਰਬਾਨੀ ਵੀ ਉਸੇ ਤੋਂ ਹੀ ਮੰਗੀ ਜਾਂਦੀ ਹੈ। ਅਤੇ ਸਭ ਤੋਂ ਪਹਿਲਾਂ ਲੋਕ ਉਸੇ ਨੂੰ ਹੀ ਭੁੱਲ ਜਾਂਦੇ ਹਨ। ਜਿਵੇਂ ਜਿਵੇਂ ਪ੍ਰੀਤੀ ਆਪਣੀ ਕਹਾਣੀ ਸੁਣਾ ਰਹੀ ਸੀ, ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ ਅਤੇ ਉਸਨੇ ਕਿਹਾ ਕਿ ਮੈਨੂੰ ਬਚਾ ਲਓ। ਮੈਂ ਉਹ ਸਭ ਅਮਲ ਕੀਤਾ ਹੈ ਅਤੇ ਅੱਜ ਵੀ ਉਹਨਾਂ ਨੇ ਮੇਰੇ ਨਾਲ ਉਹ ਸਭ ਕੀਤਾ ਹੈ। ਮੈਂ ਬਹੁਤ ਜ਼ਿਆਦਾ ਤਕਲੀਫ ਤੋਂ ਗੁਜ਼ਰ ਰਹੀ ਹਾਂ। ਮੈਂ ਬਹੁਤ ਤਕਲੀਫ ਝੱਲੀ ਹੈ। ਮੈਨੂੰ ਨਹੀਂ ਪਤਾ ਕਿ ਮੈਂ ਜਿੰਦਾ ਬਚੂੰਗੀ ਜਾਂ ਨਹੀਂ। ਮੈਂ ਹੁਣ ਜਿਉਣਾ ਨਹੀਂ ਚਾਹੁੰਦੀ। ਮੈਂ ਕਿਹਾ, ਉਂਝ ਤੈਨੂੰ ਇਹ ਲੋਕ ਇੱਥੇ ਕਿਉਂ ਲੈ ਕੇ ਆਏ ਹਨ? ਤਾਂ ਉਸਨੇ ਕਿਹਾ, ਮੈਨੂੰ ਅਚਾਨਕ ਤੋਂ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ, ਇਸ ਲਈ ਇਹ ਲੋਕ ਮੈਨੂੰ ਹਸਪਤਾਲ ਲੈ ਕੇ ਆ ਗਏ। ਮੇਰੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਮੇਰੇ ਤੋਂ ਕੁਝ ਖਾਧਾ ਵੀ ਨਹੀਂ ਜਾਂਦਾ ਸੀ। ਮੇਰੇ ਮੂੰਹ ਵਿੱਚ ਕੋਈ ਸਵਾਦ ਪਤਾ ਨਹੀਂ ਚੱਲ ਰਿਹਾ ਸੀ। ਮੈਨੂੰ ਬਿਲਕੁਲ ਭੁੱਖ ਨਹੀਂ ਲੱਗਦੀ ਸੀ। ਜਿਸ ਤਰ੍ਹਾਂ ਤੋਂ ਪ੍ਰੀਤੀ ਦੱਸ ਰਹੀ ਸੀ, ਮੈਨੂੰ ਲੱਗਦਾ ਸੀ ਉਸ ਦੀ ਬਾਡੀ ਵਿੱਚ TLC ਵਧੀ ਹੋਈ ਸੀ। TLC ਬਾਡੀ ਵਿੱਚ ਤਾਂ ਉਦੋਂ ਵੱਧਦੀ ਹੈ ਜਦੋਂ ਤੁਹਾਡੀ ਪੂਰੀ ਬਾਡੀ ਵਿੱਚ ਕੋਈ ਬਹੁਤ ਹੀ ਗੰਦਾ ਇਨਫੈਕਸ਼ਨ ਫੈਲ ਜਾਂਦਾ ਹੈ। ਅਤੇ ਜਿਸ ਤਰ੍ਹਾਂ ਤੋਂ ਉਸ 'ਤੇ ਇਹ ਜ਼ੁਲਮ ਕੀਤਾ ਗਿਆ, ਇਸ ਵਜ੍ਹਾ ਨਾਲ ਹੀ ਇਹ ਸਭ ਕੁਝ ਹੋਇਆ ਸੀ। ਉਸ ਦੀ ਪੂਰੀ ਬਾਡੀ ਵਿੱਚ ਇਨਫੈਕਸ਼ਨ ਫੈਲ ਚੁੱਕਿਆ ਸੀ। ਮੈਂ ਨਰਸ ਨੂੰ ਕਿਹਾ ਕਿ ਉਹਨਾਂ ਦਾ TLC ਕਰਵਾਓ ਅਤੇ ਆਪਣੇ ਆਪ ਅਲਟਰਾਸਾਊਂਡ ਦੀ ਤਿਆਰੀ ਕਰਨ ਲੱਗੀ। ਮੈਂ ਉਸ ਨੂੰ ਕਿਹਾ ਕਿ ਤੂੰ ਅਜਿਹਾ ਵੀ ਤਾਂ ਕਰ ਸਕਦੀ ਸੀ ਕਿ ਆਪਣੀ ਸੱਸ ਨੂੰ ਕਹਿੰਦੀ ਮੈਂ ਉਹ ਸਭ ਕਰ ਰਹੀ ਹਾਂ ਅਤੇ ਅਸਲ ਵਿੱਚ ਤੂੰ ਅਜਿਹਾ ਕੁਝ ਵੀ ਨਾ ਕਰਦੀ, ਕੋਈ ਝੂਠ ਬੋਲ ਦਿੰਦੀ। ਤਾਂ ਕਹਿਣ ਲੱਗੀ, ਡਾਕਟਰ ਸਾਹਿਬ ਤੁਸੀਂ ਮੇਰੇ ਹੁਲੀਏ ਉੱਤੇ ਨਾ ਜਾਓ। ਮੈਂ ਕੋਈ ਮੂਰਖ ਔਰਤ ਨਹੀਂ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਪੜ੍ਹੀ ਲਿਖੀ ਹਾਂ ਅਤੇ ਮੈਂ ਇਹ ਸਭ ਕੁਝ ਕਰਕੇ ਵੀ ਵੇਖ ਲਿਆ ਸੀ। ਪਰ ਮੇਰੀ ਸੱਸ ਨੂੰ ਪਤਾ ਚੱਲ ਗਿਆ, ਕਿਉਂਕਿ ਉਹ ਹਰ ਅੱਧੇ ਘੰਟੇ ਦੇ ਬਾਅਦ ਮੈਨੂੰ ਚੈੱਕ ਕਰਦੀ ਸੀ ਅਤੇ ਇਹ ਦੇਖਣ ਆਉਂਦੀ ਸੀ ਕਿ ਮੈਂ ਕਿੰਨੀ ਤਕਲੀਫ ਵਿੱਚ ਹਾਂ ਅਤੇ ਇਹ ਵੀ ਵੇਖਦੀ ਸੀ ਕਿਤੇ ਮੈਂ ਉਹ ਕੱਪੜਾ ਉਤਾਰ ਕੇ ਸੁੱਟ ਤਾਂ ਨਹੀਂ ਦਿੱਤਾ। ਇੱਦਾਂ ਵੀ ਉਸਨੇ ਇਹ ਗੱਲ ਮੇਰੇ ਪਤੀ ਨੂੰ ਦੱਸ ਦਿੱਤੀ ਸੀ। ਫਿਰ ਉਸਨੇ ਵੀ ਲਿਹਾਜ਼ ਨਾ ਕੀਤਾ। ਮੈਂ ਪ੍ਰੈਗਨੈਂਟ ਹਾਂ, ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਉਸਨੇ ਮੇਰੇ ਉੱਤੇ ਹੱਥ ਚੁੱਕਿਆ। ਉਸ ਦੇ ਬਾਅਦ ਮੈਂ ਡਰ ਗਈ। ਇਸ ਗੱਲ ਨਾਲ ਨਹੀਂ ਡਰੀ ਸੀ ਕਿ ਉਹ ਮੇਰੇ ਉੱਤੇ ਹੱਥ ਚੁੱਕੇਗਾ, ਮੈਨੂੰ ਥੱਪੜ ਮਾਰੇਗਾ, ਮੈਨੂੰ ਦਰਦ ਹੋਏਗਾ। ਇਨਸਾਨ ਨੂੰ ਜਦੋਂ ਥੱਪੜ ਪੈਂਦਾ ਹੈ ਤਾਂ ਉਹ ਦਰਦ ਨਾਲ ਨਹੀਂ ਰੋਂਦਾ, ਉਹ ਆਪਣੀ ਬੇਇੱਜ਼ਤੀ ਕਰਕੇ ਰੋਂਦਾ ਹੈ। ਅਤੇ ਮੈਂ ਵਾਰ-ਵਾਰ ਆਪਣੀ ਬੇਇੱਜ਼ਤੀ ਨਹੀਂ ਕਰਵਾ ਸਕਦੀ ਸੀ। ਮੇਰੇ ਮਾਂ-ਬਾਪ ਜਿਵੇਂ ਦੇ ਵੀ ਸਨ, ਪਰ ਉਹਨਾਂ ਨੇ ਅੱਜ ਤੱਕ ਮੇਰੇ ਮੂੰਹ ਉੱਤੇ ਥੱਪੜ ਨਹੀਂ ਮਾਰਿਆ ਸੀ, ਨਾ ਹੀ ਸਾਨੂੰ ਕਦੇ ਗਾਲਾਂ ਦਿੱਤੀ ਸੀ। ਹਾਂ, ਉਹਨਾਂ ਨੇ ਵੀ ਜੋ ਮੇਰੀ ਜ਼ਿੰਦਗੀ ਉੱਤੇ ਬਹੁਤ ਜ਼ੁਲਮ ਕਰ ਦਿੱਤਾ ਸੀ ਕਿ ਉਹ ਮੇਰੇ ਤੋਂ ਲਾਪਰਵਾਹ ਹੋ ਗਏ ਸਨ। ਉਦੋਂ ਹੀ ਤਾਂ ਇਹਨਾਂ ਲੋਕਾਂ ਨੂੰ ਖੁੱਲ੍ਹਾ ਮੌਕਾ ਮਿਲ ਗਿਆ ਸੀ। ਪਤਾ ਨਹੀਂ ਉਸ ਔਰਤ ਦੇ ਦਿਮਾਗ ਵਿੱਚ ਕੀ ਗੱਲ ਆਈ ਸੀ। ਬਸ ਕਹਿੰਦੀ ਸੀ ਕਿ ਪੁੱਤਰ ਹੀ ਹੋਣਾ ਚਾਹੀਦਾ ਹੈ ਅਤੇ ਧੀ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਕੁੜੀਆਂ ਤੋਂ ਨਫ਼ਰਤ ਹੈ। ਮੈਨੂੰ ਲੱਗਦਾ ਹੈ ਇਹ ਪਾਗਲ ਦਿਮਾਗੀ ਮਰੀਜ਼ ਹਨ। ਅਤੇ ਜਿਸ ਬਾਬੇ ਕੋਲ ਮੈਨੂੰ ਲੈ ਕੇ ਜਾ ਰਹੀ ਸੀ, ਉਸ ਬਾਬਾ ਉੱਤੇ ਮੇਰੀ ਸੱਸ ਨੂੰ ਆਪਣੇ ਆਪ ਤੋਂ ਜ਼ਿਆਦਾ ਭਰੋਸਾ ਹੈ। ਕਦੇ-ਕਦੇ ਮੈਨੂੰ ਲੱਗਦਾ ਸੀ ਨਾਜਾਇਜ਼ ਸਬੰਧ ਵੀ ਹੈ। ਪ੍ਰੀਤੀ ਬਹੁਤ ਤਕਲੀਫ ਵਿੱਚ ਸੀ, ਸ਼ਾਇਦ ਇਸ ਲਈ ਇਹ ਸਭ ਬੋਲ ਰਹੀ ਸੀ। ਸਾਰੀ ਗੱਲਾਂ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ, ਪਰ ਮੈਨੂੰ ਭਰੋਸਾ ਸੀ ਅਜਿਹਾ ਹੋ ਸਕਦਾ ਸੀ, ਕਿਉਂਕਿ ਜਿੱਥੇ ਅਜਿਹੇ ਜਾਹਿਲ ਲੋਕ ਰਹਿੰਦੇ ਹਨ ਉੱਥੇ ਕਿਸੇ ਵੀ ਚੀਜ਼ ਦੀ ਉਮੀਦ ਕੀਤੀ ਜਾ ਸਕਦੀ ਹੈ। ਉੱਥੇ ਲੋਕ ਇੱਕ ਦੂਜੇ ਨਾਲ
ਹੱਦ ਤੋਂ ਵੱਧ ਭੇੜੇ ਵੀ ਹੋ ਸਕਦੇ ਹਨ ਅਤੇ ਪਿੰਡ ਦੇ ਲੋਕਾਂ ਬਾਰੇ ਵਿੱਚ ਇਹ ਕਿਹਾ ਜਾ ਸਕਦਾ ਹੈ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਉਹ ਸਿੱਧੇ ਸਾਦੇ ਹੁੰਦੇ ਹਨ। ਪਰ ਹਰ ਕ੍ਰਾਈਮ ਦੇ ਪਿੱਛੇ ਇੱਕ ਜਾਹਿਲਪਨ ਜ਼ਰੂਰ ਹੁੰਦਾ ਹੈ। ਪੁਲਿਸ ਵਾਲਿਆਂ ਤੋਂ ਜਾ ਕੇ ਪੁੱਛ ਲਓ, ਜ਼ਿਆਦਾਤਰ ਜਿੰਨੇ ਵੀ ਗੁਨਾਹਗਾਰ ਲੋਕ ਹੁੰਦੇ ਹਨ, ਜਿੰਨੇ ਵੀ ਲੋਕ ਕ੍ਰਾਈਮ ਕਰਦੇ ਹਨ, ਉਸ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਦਾ ਸੰਬੰਧ ਪਿੰਡ ਨਾਲ ਹੀ ਹੁੰਦਾ ਹੈ। ਉਹ ਲੋਕ ਪਿੰਡ ਵਾਲੇ ਹੁੰਦੇ ਹਨ ਕਿਉਂਕਿ ਉੱਥੇ ਹੀ ਸਭ ਤੋਂ ਜ਼ਿਆਦਾ ਜਹਾਲਤ ਹੁੰਦੀ ਹੈ ਅਤੇ ਉਹਨਾਂ ਦੇ ਕੋਲ ਖਾਣ ਲਈ ਕੁਝ ਨਹੀਂ ਹੁੰਦਾ ਅਤੇ ਸਿੱਧੇ ਸਾਦੇ ਲੋਕ ਹੁੰਦੇ ਹਨ ਅਤੇ ਬੱਕਰੀਆਂ ਚਾਰਦੇ ਹਨ ਅਤੇ ਕਈ ਜਾਨਵਰਾਂ ਨੂੰ ਪਾਲਦੇ ਹਨ। ਜ਼ਮੀਨ ਉਹਨਾਂ ਦੀ ਜ਼ਿਆਦਾਤਰ ਆਪਣੀ ਹੀ ਹੁੰਦੀ ਹੈ। ਨਹੀਂ ਵੀ ਹੁੰਦੀ ਤਾਂ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਘਰ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੁੰਦੀ ਜਿਸ ਨੂੰ ਰੱਖਣ ਲਈ ਉਹ ਕਹੇ ਕਿ ਸਾਡੇ ਕੋਲ ਘਰ ਵੀ ਹੋਣਾ ਚਾਹੀਦਾ ਹੈ। ਅਤੇ ਇਹ ਗੱਲ ਮੈਂ ਉਹਨਾਂ ਦਿਹਾਤੀ ਸੋਚ ਵਾਲਿਆਂ ਬਾਰੇ ਕਹਿ ਰਹੀ ਹਾਂ ਜੋ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਿਆਦਾ ਨਹੀਂ ਪੜ੍ਹਾਉਂਦੇ। ਉੱਥੇ ਕੋਈ ਖਾਸ ਸਹੂਲਤ ਨਹੀਂ ਹੁੰਦੀ। ਪ੍ਰੀਤੀ ਵੀ ਇੱਦਾਂ ਦੇ ਹੀ ਇਲਾਕੇ ਤੋਂ ਆਈ ਸੀ। ਮੈਂ ਜਿਸ ਹਸਪੀਟਲ ਵਿੱਚ ਕੰਮ ਕਰ ਰਹੀ ਸੀ ਇਹ ਸ਼ਹਿਰ ਦੇ ਅੰਦਰੋਂ ਅੰਦਰੀ ਨਹੀਂ ਸੀ। ਇਹ ਸ਼ਹਿਰ ਤੋਂ ਕਾਫੀ ਦੂਰ ਸੀ। ਇੱਥੋਂ ਸ਼ਹਿਰ 7 ਕਿਲੋਮੀਟਰ ਦੂਰ ਸੀ। ਫਿਰ ਪਿੰਡ ਵੀ ਨਜ਼ਦੀਕ ਪੈਂਦੇ ਸਨ ਅਤੇ ਜ਼ਿਆਦਾਤਰ ਮਰੀਜ਼ ਪਿੰਡ ਦੇ ਹੀ ਆਉਂਦੇ ਸਨ। ਫਿਰ ਮੈਂ ਅਲਟਰਾਸਾਊਂਡ ਦੀ ਤਿਆਰੀ ਕਰ ਲਈ, ਪਰ ਜਿਵੇਂ ਹੀ ਪ੍ਰੀਤੀ ਵੱਲ ਵੇਖਿਆ, ਕਿਉਂਕਿ ਮੈਂ ਉਸ ਦਾ ਅਲਟਰਾਸਾਊਂਡ ਕਰਨ ਲੱਗੀ ਸੀ, ਮੇਰੀਆਂ ਤਾਂ ਚੀਕਾਂ ਹੀ ਨਿਕਲਣ ਲੱਗੀਆਂ। ਬੁਰੀ ਤਰ੍ਹਾਂ ਨਾਲ ਹੈਰਾਨ ਰਹਿ ਗਈ ਅਤੇ ਜਿਵੇਂ ਹੀ ਅਲਟਰਾਸਾਊਂਡ ਕਰਦੇ ਹੋਏ ਮਸ਼ੀਨ ਦੀ ਸਕਰੀਨ ਵੱਲ ਵੇਖਿਆ, ਮੈਨੂੰ ਅਜਿਹਾ ਲੱਗਿਆ ਜਿਵੇਂ ਅੱਜ ਤਾਂ ਮੈਂ ਮਰ ਹੀ ਜਾਵਾਂਗੀ। ਮੇਰੀ ਹਾਲਤ ਬਹੁਤ ਬੁਰੀ ਹੋ ਗਈ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਵੱਡੇ ਪਹਾੜ ਉੱਤੇ ਖੜੀ ਹਾਂ। ਪ੍ਰੀਤੀ ਹੇਠਾਂ ਵੱਲ ਡਿੱਗ ਰਹੀ ਹੈ ਅਤੇ ਮੈਂ ਉਸ ਨੂੰ ਬਚਾਉਣਾ ਚਾਹੁੰਦੀ ਹਾਂ, ਪਰ ਉਹ ਮੇਰੇ ਹੱਥ ਨਹੀਂ ਆ ਰਹੀ। ਬਿਲਕੁਲ ਅਜਿਹਾ ਹੀ ਮਹਿਸੂਸ ਹੋ ਰਿਹਾ ਸੀ ਕਿਉਂਕਿ ਉਸ ਦੀ ਮਦਦ ਵੀ ਮੈਂ ਹੀ ਕਰਨੀ ਸੀ ਅਤੇ ਮੇਰੀ ਆਪਣੀ ਹਾਲਤ ਖਰਾਬ ਹੋ ਰਹੀ ਸੀ। ਮੈਂ ਕਿਹਾ ਕਿ ਤੂੰ ਇਨਸਾਨ ਨਹੀਂ ਹੈ, ਲੱਗਦਾ ਹੈ ਤੂੰ ਡਾਇਨ ਹੈ। ਉਦੋਂ ਹੀ ਤਾਂ ਤੂੰ ਹੁਣੇ ਤੱਕ ਜਿਉਂਦਾ ਹੈ। ਤੈਨੂੰ ਪਤਾ ਹੈ ਤੇਰੇ ਨਾਲ ਕੀ ਹੋ ਰਿਹਾ ਹੈ? ਉਸ ਦੇ ਚਿਹਰੇ ਉੱਤੇ ਕੋਈ ਹੈਰਾਨੀ ਨਹੀਂ ਸੀ। ਸ਼ਾਇਦ ਉਹ ਜਾਣਦੀ ਸੀ ਉਹ ਪਹਿਲਾਂ ਤੋਂ ਹੀ ਬਹੁਤ ਬੁਰੀ ਹਾਲਤ ਵਿੱਚ ਫਸੀ ਹੋਈ ਸੀ। ਉਸਨੇ ਕਿਹਾ ਕਿ ਮੇਰੀ ਹੁਣ ਕੋਈ ਖੁਆਇਸ਼ ਨਹੀਂ ਹੈ, ਨਾ ਹੀ ਕੋਈ ਆਸ ਹੈ ਮੇਰੇ ਦਿਲ ਵਿੱਚ। ਜੇਕਰ ਇਸ ਬੱਚੇ ਦੀ ਜਾਨ ਬਚਦੀ ਹੈ ਤਾਂ ਬਚਾ ਲਓ। ਮੈਨੂੰ ਪੈਨਿਕ ਅਟੈਕ ਆ ਗਿਆ ਸੀ ਕਿਉਂਕਿ ਸਾਹਮਣੇ ਦਾ ਮੰਜ਼ਰ ਹੀ ਅਜਿਹਾ ਸੀ ਜਿਹੋ ਜਿਹਾ ਮੈਂ ਪਹਿਲਾਂ ਦੱਸਿਆ ਸੀ ਕਿ ਡਿਊਟੀ ਉੱਤੇ ਕੋਈ ਨਹੀਂ ਸੀ। ਫਿਰ ਮੈਂ ਜਲਦੀ ਨਾਲ ਇੱਕ ਡਾਕਟਰ ਨੂੰ ਕਾਲ ਕੀਤੀ। ਉਸਨੇ ਕਿਹਾ ਕਿ ਉਹ ਤਾਂ ਕਿਸੇ ਵਿਆਹ ਵਿੱਚ ਆਈ ਹੋਈ ਹੈ। ਉਹ ਵੀ ਮੇਰੀ ਆਵਾਜ਼ ਸੁਣ ਕੇ ਘਬਰਾ ਗਈ। ਜੇਕਰ ਵਿਆਹ ਵਿੱਚ ਨਹੀਂ ਹੁੰਦੀ ਤਾਂ ਸ਼ਾਇਦ ਉਹ ਜਲਦੀ ਆ ਜਾਂਦੀ। ਫਿਰ ਉਸਨੇ ਕਿਹਾ ਕਿ ਡਾਕਟਰ ਦਵਿੰਦਰ ਨੂੰ ਸੱਦ ਲਓ। ਮੈਂ ਕਿਹਾ ਇਹ ਗੱਲ ਠੀਕ ਹੈ, ਉਂਝ ਵੀ ਮੈਨੂੰ ਕਿਸੇ ਐਕਸਪੀਰੀਅੰਸ ਵਾਲੇ ਡਾਕਟਰ ਦੀ ਜ਼ਰੂਰਤ ਪਵੇਗੀ। ਡਾਕਟਰ ਦਵਿੰਦਰ ਨੇ ਮੇਰੇ ਨਾਲ ਹੀ ਪੜ੍ਹਾਈ ਕੀਤੀ ਸੀ ਅਤੇ ਸਾਡਾ ਕਲਾਸ ਫੈਲੋ ਵੀ ਸੀ। ਉਹ ਵੀ ਇਸ ਕੰਮ ਵਿੱਚ ਆਇਆ ਹੋਇਆ ਸੀ। ਮੈਂ ਜਲਦੀ ਉਸ ਨੂੰ ਫੋਨ ਕੀਤਾ ਤਾਂ ਉਹ ਬਿਜੀ ਸੀ। ਮੇਰੀ ਆਵਾਜ਼ ਸੁਣ ਕੇ ਘਬਰਾ ਗਿਆ ਅਤੇ ਉਸਨੇ ਕਿਹਾ ਕਿ ਮੈਂ ਆ ਰਿਹਾ ਹਾਂ। ਮੈਂ ਆਪਰੇਸ਼ਨ ਦੀ ਤਿਆਰੀ ਕਰਨ ਲੱਗੀ। ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਸੰਭਾਲ ਕੇ ਬਾਹਰ ਆ ਗਈ ਤਾਂ ਦਵਿੰਦਰ ਸਾਹਮਣੇ ਹੀ ਖੜਾ ਸੀ। ਉਸਨੇ ਕਿਹਾ ਕਿ ਤੁਸੀਂ ਚੀਖ ਕਿਉਂ ਰਹੀ ਸੀ ਡਾਕਟਰ ਸਾਹਿਬਾ? ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਿਆ। ਮੈਂ ਕਿਹਾ ਕਿ ਹਾਂ, ਮੈਂ ਚੀਖ ਰਹੀ ਸੀ ਕਿਉਂਕਿ ਗੱਲ ਹੀ ਕੁਝ ਅਜਿਹੀ ਹੈ। ਉਸਨੇ ਕਿਹਾ ਕਿ ਕੀ ਗੱਲ ਹੈ? ਤਾਂ ਮੈਂ ਕਿਹਾ ਕਿ ਤੁਸੀਂ ਮੇਰੀ ਫਿਕਰ ਛੱਡੋ ਅਤੇ ਪ੍ਰੀਤੀ ਦੇ ਬਾਰੇ ਵਿੱਚ ਸੋਚੋ। ਉਸ ਦਾ ਜਲਦੀ ਨਾਲ ਆਪਰੇਸ਼ਨ ਕਰਨਾ ਹੋਵੇਗਾ। ਮੈਂ ਆਪਰੇਸ਼ਨ ਦਾ ਨਾਮ ਕੀ ਲਿਆ? ਉਸ ਦੀ ਸੱਸ ਸਾਹਮਣੇ ਆ ਕੇ ਖੜੀ ਹੋ ਗਈ ਅਤੇ ਕਹਿਣ ਲੱਗੀ, ਹਾਂ ਆਪਰੇਸ਼ਨ ਕਰੀਏ ਤਾਂ ਕਿ ਤੁਹਾਨੂੰ ਲੋਕਾਂ ਨੂੰ ਫੀਸ ਮਿਲ ਜਾਵੇ। ਤੁਹਾਡੇ ਵਰਗੇ ਡਾਕਟਰ ਤਾਂ ਬਸ ਆਪਣੀ ਫੀਸ ਲੈਣ ਲਈ ਆਪਰੇਸ਼ਨ ਦਾ ਕਹਿ ਦਿੰਦੇ ਹਨ, ਜਦੋਂ ਕਿ ਹੁੰਦੀ ਨਾਰਮਲ ਡਿਲੀਵਰੀ ਹੈ। ਰਮਨ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਡਾਕਟਰ ਦੇ ਕੋਲ ਗਈ ਤਾਂ ਉਸਨੇ ਕਿਹਾ ਕਿ ਆਪਰੇਸ਼ਨ ਹੋਵੇਗਾ, 1 ਲੱਖ ਜਮ੍ਹਾਂ ਕਰਾਓ ਅਤੇ ਅੱਧੇ ਘੰਟੇ ਦੇ ਬਾਅਦ ਘਰ ਵਿੱਚ ਨਾਰਮਲ ਡਿਲੀਵਰੀ ਹੋ ਗਈ ਸੀ। ਜਰੀਨਾ ਦਾਈ ਨੇ ਤਾਂ ਮੇਰੇ ਸਾਹਮਣੇ ਨਾਰਮਲ ਡਿਲੀਵਰੀ ਕੀਤੀ ਸੀ। ਬਿੰਦਰ ਕਹਿਣ ਲੱਗਾ, ਸਾਡੇ ਕੋਲ ਤਾਂ ਇੰਨੇ ਪੈਸੇ ਨਹੀਂ ਹਨ ਕਿ ਅਸੀਂ ਆਪਰੇਸ਼ਨ ਕਰਵਾ ਸਕੀਏ। ਆਪਰੇਸ਼ਨ ਉੱਤੇ ਤਾਂ ਬਹੁਤ ਸਾਰੇ ਪੈਸੇ ਲੱਗਦੇ ਹਨ। ਉਸ ਦੀ ਮਾਂ ਨੇ ਕਿਹਾ, ਅਸੀਂ ਆਪਰੇਸ਼ਨ ਕਰਵਾਉਣਾ ਹੀ ਨਹੀਂ ਹੈ। ਅਸੀਂ ਆਪਣੇ ਪਿੰਡ ਦੇ ਕਿਸੇ ਦਾਈ ਤੋਂ ਨਾਰਮਲ ਕੇਸ ਕਰਵਾ ਲਵਾਂਗੇ ਅਤੇ ਜਦੋਂ ਨਾਰਮਲ ਕੇਸ ਹੋ ਜਾਵੇਗਾ ਨਾ ਤਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਲਿਆ ਕੇ ਬੱਚਾ ਵੀ ਦਿਖਾ ਦੇਵਾਂਗੀ, ਕੇਸ ਵੀ ਦਿਖਾ ਦੇਵਾਂਗੇ। ਜਿਸ ਨੂੰ ਤੁਸੀਂ ਆਪਰੇਸ਼ਨ ਕਿਹਾ ਸੀ ਨਾ, ਨਾਰਮਲ ਹੋਇਆ ਹੈ। ਉਹ ਆਪਣੇ ਬੇਟੇ ਨੂੰ ਕਹਿਣ ਲੱਗੀ, ਇਹਨਾਂ ਨੂੰ ਕਹੋ ਕਿ ਪ੍ਰੀਤੀ ਨੂੰ ਬਾਹਰ ਕੱਢੇ, ਅਸੀਂ ਲੈ ਕੇ ਜਾ ਰਹੇ ਹਾਂ। ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਮੈਂ ਗੁੱਸੇ ਨਾਲ ਅੱਗ ਬਬੂਲਾ ਹੋਈ ਤਾਂ ਬਿੰਦਰ ਨੇ ਸਭ ਕੁਝ ਵੇਖ ਲਿਆ ਅਤੇ ਸਮਝ ਗਿਆ ਕਿ ਮੈਂ ਬਹੁਤ ਜ਼ਿਆਦਾ ਗੁੱਸੇ ਵਿੱਚ ਖੜੀ ਹਾਂ। ਫਿਰ ਮੈਂ ਉਸ ਦੀ ਸੱਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਉਹ ਇਸ ਦੁਨੀਆ ਤੋਂ ਹੀ ਚਲੀ ਗਈ ਹੋਵੇ ਅਤੇ ਉਸ ਦੀ ਰੂਹ ਇੱਥੇ ਖੜੀ ਹੋ ਕੇ ਬੋਲ ਰਹੀ ਹੈ, ਜਿਸ ਨੂੰ ਇਹ ਪਤਾ ਨਹੀਂ ਕਿ ਮੈਂ ਮਰ ਗਈ ਹਾਂ।
ਅਤੇ ਉਹ ਲੋਕਾਂ ਨਾਲ ਗੱਲਾਂ ਕਰ ਰਹੀ ਹੈ। ਮੈਂ ਬਿੰਦਰ ਵੱਲ ਵੇਖਿਆ ਅਤੇ ਕਿਹਾ ਕਿ ਤੁਹਾਡੀ ਪਤਨੀ ਦਾ ਆਪਰੇਸ਼ਨ ਹੋਵੇਗਾ ਅਤੇ ਜਿੰਨੇ ਵੀ ਪੈਸੇ ਲੱਗਣਗੇ ਉਹ ਮੈਂ ਆਪਣੀ ਜੇਬ ਤੋਂ ਦੇ ਦੇਵਾਂਗੀ। ਅਤੇ ਰਹੀ ਗੱਲ ਇਸ ਨੂੰ ਇੱਥੋਂ ਤੁਹਾਡੇ ਲੋਕਾਂ ਨਾਲ ਭੇਜਣ ਦੀ, ਤਾਂ ਇਹ ਗੱਲ ਮੈਂ ਬਾਅਦ ਵਿੱਚ ਦੇਖਾਂਗੀ। ਮੈਨੂੰ ਮਜਬੂਰ ਨਾ ਕਰੋ ਕਿ ਮੈਂ ਕਿਸੇ NGO ਨੂੰ ਇੱਥੇ ਬੁਲਾ ਲਵਾਂ। ਮੀਡੀਆ ਵਾਲਿਆਂ ਨੂੰ ਵੀ ਸੱਦ ਲਵਾਂਗੀ ਅਤੇ ਪੁਲਿਸ ਨੂੰ ਸਭ ਤੋਂ ਪਹਿਲਾਂ ਦੱਸਾਂਗੀ। ਤੁਸੀਂ ਫਿਰ ਜੇਲ੍ਹ ਵਿੱਚ ਚੱਕੀ ਪੀਸੋਗੇ। ਜਦੋਂ ਮੈਂ ਇਹ ਸਭ ਕਿਹਾ ਤਾਂ ਉਸਦੀ ਮਾਂ ਅਤੇ ਉਹ ਦੋਨੇ ਚੁੱਪ ਹੋ ਗਏ। ਉਹ ਕਹਿਣ ਲੱਗਾ, ਅਜਿਹਾ ਕੀ ਹੋਇਆ? ਮੈਂ ਕਿਹਾ ਕਿ ਤੈਨੂੰ ਬਾਅਦ ਵਿੱਚ ਦੱਸਾਂਗੀ। ਤੁਹਾਡਾ 1 ਰੁਪਇਆ ਵੀ ਨਹੀਂ ਲੱਗਣ ਵਾਲਾ। ਤੂੰ ਇੱਕ ਕੰਮ ਕਰ, ਇਸ ਹਸਪਤਾਲ ਵਿੱਚ ਇੱਕ ਵੇਟਿੰਗ ਰੂਮ ਹੈ, ਉੱਥੇ ਜਾ ਕੇ ਬੈਠ ਜਾਓ ਅਤੇ ਆਪਣੀ ਪਤਨੀ ਦੀ ਜ਼ਿੰਦਗੀ ਲਈ ਦੁਆ ਕਰਦੇ ਰਹੋ, ਨਹੀਂ ਤਾਂ ਤੁਹਾਡੇ ਨਾਲ ਬਹੁਤ ਬੁਰਾ ਹੋਵੇਗਾ। ਇੰਨਾ ਕਹਿ ਕੇ ਮੈਂ ਉੱਥੋਂ ਚਲੀ ਗਈ ਅਤੇ ਮੈਂ ਨਰਸ ਨੂੰ ਕਹਿ ਦਿੱਤਾ, ਇਹਨਾਂ ਲੋਕਾਂ ਨੂੰ ਮੇਰੇ ਸਾਹਮਣੇ ਨਾ ਆਉਣ ਦੇਣਾ। ਥੋੜੀ ਦੇਰ ਬਾਅਦ ਡਾਕਟਰ ਵੀ ਉੱਥੇ ਆ ਗਿਆ। ਡਾਕਟਰ ਦਵਿੰਦਰ ਨੇ ਕਿਹਾ, ਬਾਹਰ ਕੋਈ ਔਰਤ ਕਹਿ ਰਹੀ ਸੀ ਕਿ ਤੂੰ ਮੇਰੀ ਨੂੰਹ ਲਈ ਆਇਆ ਹੈ। ਇਹ ਡਾਕਟਰ ਪਤਾ ਨਹੀਂ ਕੀ ਕਰਵਾ ਰਹੀ ਹੈ, ਆਪਣੇ ਦੋਸਤ ਤੋਂ ਮੇਰੀ ਨੂੰਹ ਦਾ ਆਪਰੇਸ਼ਨ ਕਰਾ ਰਹੀ ਹੈ। ਤੂੰ ਕਿਵੇਂ ਲੋਕਾਂ ਦੀ ਮਦਦ ਕਰ ਰਹੀ ਹੈ। ਮੈਂ ਕਿਹਾ ਕਿ ਬਸ ਤੁਸੀਂ ਮੇਰੇ ਨਾਲ ਚੱਲੋ। ਇਹ ਪ੍ਰੀਤੀ ਦੀ ਸੱਸ ਸੀ ਜੋ ਹੁਣ ਇਸ ਗੱਲ ਨੂੰ ਬਹਾਨਾ ਬਣਾ ਕੇ ਕਿਸੇ ਤਰ੍ਹਾਂ ਪ੍ਰੀਤੀ ਨੂੰ ਇੱਥੋਂ ਲੈ ਕੇ ਜਾਣਾ ਚਾਹੁੰਦੀ ਹੈ। ਇੱਕ ਮੇਲ ਡਾਕਟਰ ਆਪਰੇਸ਼ਨ ਕਰੇਗਾ, ਜਦੋਂ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਲ ਡਾਕਟਰ ਵੀ ਆਪਰੇਸ਼ਨ ਕਰਦੇ ਹਨ। ਅਤੇ ਬਿੰਦਰ ਨੂੰ ਇਸ ਗੱਲ ਨਾਲ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਉਸਨੇ ਮਰੀਜ਼ ਦੇ ਆਪਰੇਸ਼ਨ ਲਈ ਸਾਈਨ ਕਰ ਦਿੱਤਾ ਹੈ। ਜਦੋਂ ਮੈਂ ਅਲਟਰਾਸਾਊਂਡ ਦੇ ਬਾਰੇ ਵਿੱਚ ਡਾਕਟਰ ਦਵਿੰਦਰ ਨੂੰ ਦੱਸਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਅੱਧੇ ਘੰਟੇ ਦੇ ਅੰਦਰ ਹੀ ਅਸੀਂ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਸਨ ਅਤੇ ਡਾਕਟਰ ਦਵਿੰਦਰ ਦੇ ਅੱਖਾਂ ਵਿੱਚ ਵੀ ਹੰਝੂ ਸਨ। ਮੈਂ ਇੱਕ ਔਰਤ ਸੀ। ਮੈਂ ਪ੍ਰੀਤੀ ਦੀ ਪੂਰੀ ਕਹਾਣੀ ਸੁਣੀ, ਇਸ ਲਈ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਡਾਕਟਰ ਦਵਿੰਦਰ ਵੀ ਸਮਝ ਗਿਆ ਇਸ ਔਰਤ ਦੇ ਨਾਲ ਕਿੰਨਾ ਬੁਰਾ ਹੋਇਆ ਹੈ, ਇਸ ਲਈ ਉਹ ਵੀ ਰੋਣ ਲੱਗਾ। ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਤਸੱਲੀ ਦਿੱਤੀ, ਕਿਉਂਕਿ ਹੁਣੇ ਸਾਨੂੰ ਪ੍ਰੀਤੀ ਨੂੰ ਵੀ ਤਸੱਲੀ ਦੇਣੀ ਸੀ। ਪ੍ਰੀਤੀ ਜਿੰਦਾ ਤਾਂ ਸੀ, ਪਰ ਜਿੰਦਾ ਨਾ ਹੋਣ ਦੇ ਬਰਾਬਰ ਸੀ, ਕਿਉਂਕਿ ਹੁਣੇ ਉਹ ICU ਵਿੱਚ ਸੀ। ਜਦੋਂ ਉਸ ਨੂੰ ਥੋੜਾ ਜਿਹਾ ਹੋਸ਼ ਆਇਆ ਤਾਂ ਅਸੀਂ ਤਾਂ ਇੰਨਾ ਹੀ ਦੱਸਿਆ ਕਿ ਉਸ ਦੀ ਜਾਨ ਬਚ ਗਈ ਹੈ, ਪਰ ਅਸੀਂ ਉਸ ਦੇ ਬੱਚੇ ਨੂੰ ਨਹੀਂ ਬਚਾ ਪਾਏ। ਉਹ ਫਿਰ ਤੋਂ ਬੇਹੋਸ਼ ਹੋ ਗਈ ਅਤੇ ਉਸ ਨੂੰ ਇੱਕ ਖਬਰ ਸੁਣਾਉਣੀ ਜ਼ਰੂਰੀ ਸੀ, ਕਿਉਂਕਿ ਉਹ ਇਹੀ ਸਭ ਕੁਝ ਪੁੱਛ ਰਹੀ ਸੀ। ਉਸ ਦੇ ਬਾਅਦ ਉਸ ਦੇ ਪਤੀ ਅਤੇ ਸੱਸ ਨੂੰ ਵੀ ਦੱਸਣਾ ਸੀ। ਅਸੀਂ ਲੋਕ ਬਾਹਰ ਆਏ ਤਾਂ ਉਸ ਦੀ ਸੱਸ ਫਿਰ ਤੋਂ ਕਹਿਣ ਲੱਗੀ, ਇਹ ਕਿਹੜਾ ਆਪਰੇਸ਼ਨ ਹੈ ਜੋ 8 ਘੰਟੇ ਤੋਂ ਚੱਲ ਰਿਹਾ ਹੈ? ਤੁਸੀਂ ਸਾਡੀ ਨੂੰਹ ਦੇ ਨਾਲ ਅੰਦਰ ਕੀ ਕਰ ਰਹੇ ਹੋ? ਮੈਂ ਬਿੰਦਰ ਨੂੰ ਕਿਹਾ, ਤੂੰ ਸਾਡੇ ਨਾਲ ਕਮਰੇ ਵਿੱਚ ਚੱਲ, ਸਾਨੂੰ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ। ਉਸ ਦੀ ਮਾਂ ਵੀ ਨਾਲ ਆਉਣਾ ਚਾਹੁੰਦੀ ਸੀ, ਪਰ ਬਿੰਦਰ ਨੂੰ ਅਸੀਂ ਕਿਹਾ, ਜੇਕਰ ਤੂੰ ਇਸ ਦੇ ਨਾਲ ਆਇਆ ਤਾਂ ਫਿਰ ਅਸੀਂ ਤੁਹਾਨੂੰ ਕੁਝ ਨਹੀਂ ਦੱਸਾਂਗੇ। ਉਸਨੇ ਆਪਣੀ ਮਾਂ ਨੂੰ ਕਿਹਾ, ਤੁਸੀਂ ਇੱਥੇ ਹੀ ਬੈਠੋ, ਅਤੇ ਉਹ ਸਾਡੇ ਨਾਲ ਆ ਗਿਆ। ਅਸੀਂ ਉਸ ਨੂੰ ਪੂਰੀ ਗੱਲ ਦੱਸੀ। ਪਹਿਲਾਂ ਮੈਂ ਉਸ ਨੂੰ ਇਹ ਸਭ ਕੁਝ ਦੱਸਿਆ ਜੋ ਮੈਨੂੰ ਪ੍ਰੀਤੀ ਨੇ ਸ਼ੇਅਰ ਕੀਤਾ ਸੀ। ਮੈਂ ਉਸ ਨੂੰ ਕਿਹਾ, ਪ੍ਰੀਤੀ ਦੇ ਨਾਲ ਇਹ ਸਭ ਕੁਝ ਹੁੰਦਾ ਰਿਹਾ ਅਤੇ ਤੂੰ ਚੁੱਪ ਰਿਹਾ। ਉਸਨੇ ਕਿਹਾ ਕਿ ਮੈਨੂੰ ਕੀ ਪਤਾ ਡਾਕਟਰ ਸਾਹਿਬਾ, ਉਸ ਬਾਬੇ ਦੇ ਇਲਾਜ ਨਾਲ ਤਾਂ ਪ੍ਰੀਤੀ ਪ੍ਰੈਗਨੈਂਟ ਹੋ ਗਈ ਸੀ ਅਤੇ ਸਾਨੂੰ ਖੁਸ਼ਖਬਰੀ ਮਿਲੀ ਸੀ। ਮੈਨੂੰ ਲੱਗਾ ਜਦੋਂ ਉਸਨੇ ਇਲਾਜ ਕਰ ਲਿਆ ਹੈ ਤਾਂ ਬਾਕੀ ਦੇ ਮਾਮਲੇ ਵੀ ਉਹੀ ਸੰਭਾਲ ਲਵੇਗਾ। ਮੈਂ ਕਿਹਾ ਕਿ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੈ ਤੁਹਾਡੀ ਪਤਨੀ ਕਿੰਨੀ ਜ਼ਿਆਦਾ ਤਕਲੀਫ ਵਿੱਚ ਸੀ? ਉਹ ਤੈਨੂੰ ਦੱਸਦੀ ਵੀ ਸੀ, ਅਤੇ ਜੇਕਰ ਉਹ ਬਰਦਾਸ਼ਤ ਕਰਕੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਕੇ ਜੀ ਰਹੀ ਸੀ, ਇਸ ਦਾ ਮਤਲਬ ਇਹ ਨਹੀਂ ਸੀ ਕਿ ਉਸ ਦਾ ਦਰਦ ਘੱਟ ਸੀ। ਉਹ ਬਹੁਤ ਜ਼ਿਆਦਾ ਤਕਲੀਫ ਵਿੱਚ ਸੀ। ਅਤੇ ਹੁਣ ਜੇਕਰ ਤੈਨੂੰ ਇਹ ਦੱਸਾਂ ਕਿ ਤੁਹਾਡੀ ਔਲਾਦ ਤਾਂ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਚਲੀ ਗਈ ਹੈ, ਤਾਂ ਫਿਰ ਤੂੰ ਉਸ ਦੀ ਹੀ ਗਲਤੀ ਸਮਝੇਗਾ। ਮੈਂ ਉਸ ਨੂੰ ਦੱਸਿਆ ਕਿ ਤੁਹਾਡੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ, ਪਰ ਸਭ ਕੁਝ ਖਤਮ ਹੋ ਗਿਆ, ਕਿਉਂਕਿ ਜਿਸ ਤਰ੍ਹਾਂ ਨਾਲ ਪ੍ਰੀਤੀ ਦੀ ਨਾਭੀ ਉੱਤੇ ਚੀਟੀਆਂ ਬੰਨੀਆਂ ਗਈਆਂ ਸਨ, ਇਹ ਮਾਮਲਾ ਇਸ ਕਦਰ ਖਰਾਬ ਹੋ ਗਿਆ ਕਿ ਤੁਸੀਂ ਲੋਕ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਉਹ ਬਹੁਤ ਜ਼ਿਆਦਾ ਇਨਫੈਕਸ਼ਨ ਦਾ ਸ਼ਿਕਾਰ ਹੋ ਗਈ ਸੀ, ਅਤੇ ਉਸ ਨੂੰ ਇੰਨੀ ਇਨਫੈਕਸ਼ਨ ਹੋ ਗਈ ਸੀ, ਉਸ ਦੇ ਅੰਦਰ ਚੀਟੀਆਂ ਚਲੀ ਗਈ ਸੀ ਅਤੇ ਉੱਥੋਂ ਹੀ ਅੰਦਰ ਬਾਹਰ ਹੋ ਰਹੀ ਸੀ। ਉਸ ਦਾ ਬੱਚਾ ਤਾਂ ਉਹਨਾਂ ਚੀਟੀਆਂ ਦੇ ਹੱਥੇ ਚੜ ਗਿਆ। ਉਹ ਤਾਂ ਕਦੋਂ ਦਾ ਇਸ ਦੁਨੀਆ ਤੋਂ ਜਾ ਚੁੱਕਿਆ ਸੀ, ਪਰ ਕਿਸੇ ਨੂੰ ਪਤਾ ਹੀ ਨਹੀਂ ਸੀ। ਮਾਮਲਾ ਬਹੁਤ ਜ਼ਿਆਦਾ ਖਰਾਬ ਸੀ। ਸਾਨੂੰ ਪ੍ਰੀਤੀ ਦੀ ਜਾਨ ਬਚਾਉਣ ਲਈ ਬਹੁਤ ਹੀ ਪੇਚਦਾਰ ਜਿਹਾ ਆਪਰੇਸ਼ਨ ਕਰਨਾ ਪਿਆ। ਇੰਨਾ ਵੱਡਾ ਆਪਰੇਸ਼ਨ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ, ਕਿਉਂਕਿ ਅਸੀਂ ਉਸ ਦੇ ਜਿਸਮ ਤੋਂ ਬੱਚੇਦਾਨੀ ਕੱਢ ਦਿੱਤੀ ਹੈ। ਉਸ ਦੀ ਜ਼ਿੰਦਗੀ ਬਚ ਗਈ, ਇਹੀ ਬਹੁਤ ਵੱਡੀ ਗੱਲ ਹੈ। ਪ੍ਰੀਤੀ ਦਾ ਬਲੱਡ ਅਕਾਊਂਟ 5 ਉੱਤੇ ਪਹੁੰਚ ਗਿਆ ਸੀ। ਅਸੀਂ ਉਸ ਨੂੰ ਆਪਣੇ ਵੱਲੋਂ ਬਲੱਡ ਚੜਾ ਕੇ ਉਸ ਦਾ ਆਪਰੇਸ਼ਨ ਕੀਤਾ। ਅਜਿਹੀ ਕੰਡੀਸ਼ਨ ਵਿੱਚ ਤਾਂ ਕੋਈ ਵੀ ਡਾਕਟਰ ਉਸ ਦਾ ਆਪਰੇਸ਼ਨ ਨਹੀਂ ਕਰਦਾ। ਇੰਨੇ ਘੱਟ ਬਲੱਡ ਦੇ ਨਾਲ ਕਿਸੇ ਮਰੀਜ਼ ਦਾ ਆਪਰੇਸ਼ਨ ਕਰਨਾ ਉਸ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੁੰਦਾ ਹੈ, ਪਰ ਅਸੀਂ ਕਿਸੇ ਤਰ੍ਹਾਂ ਉਸ ਨੂੰ ਬਚਾਇਆ
ਉਦੋਂ ਹੀ ਤਾਂ ਮੈਂ ਬਹੁਤ ਵਿਆਕੁਲ ਸੀ। ਹੁਣੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਪਾਏਗੀ ਜਾਂ ਨਹੀਂ। ਅਗਲੇ 4 ਦਿਨ ਉਸ ਦੀ ਜ਼ਿੰਦਗੀ, ਜੇਕਰ ਉਹ ਅਗਲੇ 4 ਦਿਨ ਵਿੱਚ ਰਿਕਵਰ ਕਰਨ ਲੱਗ ਪਈ ਤਾਂ ਬਚ ਜਾਵੇਗੀ, ਨਹੀਂ ਤਾਂ ਦੂਜਾ ਚਾਂਸ ਰੱਬ ਹੀ ਹੈ। ਬਿੰਦਰ ਨੂੰ ਅਸੀਂ ਸਭ ਕੁਝ ਦੱਸ ਦਿੱਤਾ ਸੀ ਤਾਂ ਕਿ ਉਸ ਨੂੰ ਅਕਲ ਆ ਜਾਵੇ, ਅਤੇ ਜਦੋਂ ਉਸ ਨੂੰ ਸਮਝ ਵਿੱਚ ਆ ਗਈ ਤਾਂ ਉਹ ਵੀ ਮੇਰੀ ਤਰ੍ਹਾਂ ਚੀਕਾਂ ਮਾਰ ਕੇ ਰੋਇਆ। ਉਸਨੇ ਕਿਹਾ ਕਿ ਬਸ ਮੇਰੀ ਪਤਨੀ ਬਚ ਜਾਵੇ, ਮੈਂ ਉਸ ਨੂੰ ਪੂਰੀ ਦੁਨੀਆ ਤੋਂ ਬਚਾ ਕੇ ਰੱਖਾਂਗਾ, ਕਦੇ ਉਸ ਦੇ ਨਾਲ ਬੁਰਾ ਨਹੀਂ ਹੋਣ ਦੇਵਾਂਗਾ। ਮੈਂ ਕਿਹਾ ਸਾਰੀ ਦੁਨੀਆ ਤੋਂ ਤਾਂ ਬਚਾ ਲਓਗੇ, ਪਰ ਆਪਣੇ ਆਪ ਤੋਂ ਅਤੇ ਆਪਣੀ ਮਾਂ ਤੋਂ ਕਿਵੇਂ ਬਚਾ ਪਾਓਗੇ? ਉਸ ਨੂੰ ਸਾਰੀ ਦੁਨੀਆ ਤੋਂ ਤੂੰ ਪਹਿਲਾਂ ਵੀ ਬਚਾਇਆ ਹੋਇਆ ਸੀ, ਪਰ ਦੁਨੀਆ ਵਾਲਿਆਂ ਨੇ ਤਾਂ ਉਸ ਉੱਤੇ ਜ਼ੁਲਮ ਨਹੀਂ ਕੀਤਾ ਸੀ, ਤੂੰ ਅਤੇ ਤੇਰੀ ਮਾਂ ਨੇ ਕੀਤਾ ਸੀ। ਇਹ ਗੱਲ ਸੁਣ ਕੇ ਉਹ ਇਦਾਂ ਚੁੱਪ ਹੋ ਗਿਆ ਜਿਵੇਂ ਉਸ ਦੀ ਕੋਈ ਤੀਜੀ ਅੱਖ ਖੁੱਲ੍ਹ ਗਈ ਹੋਵੇ, ਜਿਵੇਂ ਇਹ ਗੱਲ ਉਸ ਦੇ ਦਿਮਾਗ ਵਿੱਚ ਚਲੀ ਗਈ ਹੋਵੇ ਅਤੇ ਫੰਗਸ ਦੂਰ ਹੋ ਗਈ ਹੋਵੇ। ਉਸ ਨੂੰ ਸਮਝ ਆ ਗਿਆ ਸੀ ਗਲਤੀ ਉਸ ਦੀ ਹੀ ਸੀ। ਉਸਨੇ ਇੱਕ ਔਰਤ ਨਾਲ ਕਿੰਨਾ ਬੁਰਾ ਕੀਤਾ ਸੀ, ਉਹ ਕਿੰਨੀ ਤਕਲੀਫ ਤੋਂ ਗੁਜ਼ਰੀ। ਤਾਂ ਕਹਿਣ ਲੱਗਾ ਮੈਂ ਵੀ ਸਕੂਨ ਵਿੱਚ ਨਹੀਂ ਸੀ, ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ, ਮੇਰੇ ਦਿਲ ਨੂੰ ਕਰਾਰ ਨਹੀਂ ਆਉਂਦਾ ਸੀ, ਮੈਂ ਜੋ ਕੰਮ ਕਰਦਾ ਸੀ ਉਹ ਖਰਾਬ ਹੋ ਜਾਂਦਾ ਸੀ, ਮੈਂ ਸੋਨੇ ਵਿੱਚ ਵੀ ਹੱਥ ਪਾਉਂਦਾ ਤਾਂ ਉਹ ਮਿੱਟੀ ਬਣ ਜਾਂਦਾ ਸੀ, ਕਿਉਂਕਿ ਮੇਰੇ ਨਾਲ ਅੱਲਾ ਦੀ ਇੱਕ ਨੇਕ ਬੰਦੀ ਨਾਰਾਜ਼ ਸੀ। ਮੈਂ ਆਪਣੀ ਪਤਨੀ ਦਾ ਗੁਨਾਹਗਾਰ ਹਾਂ, ਪਰ ਤੁਸੀਂ ਫਿਕਰ ਨਾ ਕਰੋ, ਹੁਣ ਮੈਂ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਾਂਗਾ। ਮੈਂ ਦਵਿੰਦਰ ਨੂੰ ਕਿਹਾ ਮੈਨੂੰ ਹੁਣੇ ਵੀ ਉਸ ਉੱਤੇ ਭਰੋਸਾ ਨਹੀਂ ਹੈ, ਇਹ ਪਤਾ ਨਹੀਂ ਇਸ ਦੇ ਨਾਲ ਕੀ ਕਰਨਗੇ। ਇਸ ਵਜ੍ਹਾ ਨਾਲ ਫਿਰ 10 ਦਿਨ ਦੇ ਬਜਾਏ 15 ਦਿਨ ਤੱਕ ਪ੍ਰੀਤੀ ਨੂੰ ਹਸਪਤਾਲ ਵਿੱਚ ਹੀ ਰੱਖਿਆ। ਜਦੋਂ ਉਹ ਆਪਣੇ ਪੈਰਾਂ ਉੱਤੇ ਚੱਲਣ ਦੇ ਕਾਬਲ ਹੋ ਗਈ, ਉਸ ਦੀ ਹਾਲਤ ਕੁਝ ਠੀਕ ਹੋਈ, ਤਦ ਕਿਤੇ ਜਾ ਕੇ ਅਸੀਂ ਉਸ ਨੂੰ ਉਸ ਦੇ ਪਤੀ ਦੇ ਨਾਲ ਭੇਜਿਆ, ਪਰ ਇਹ ਵੀ ਸਮਝਾਇਆ ਕਿ ਹੁਣ ਇਸ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪਵੇਗਾ। ਉਸਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਬੇਸ਼ੱਕ ਤੁਸੀਂ ਮੇਰੇ ਘਰ ਆ ਕੇ ਵੇਖ ਲਿਓ। ਉਸਨੇ ਆਪਣਾ ਫੋਨ ਨੰਬਰ ਵੀ ਦੇ ਦਿੱਤਾ ਅਤੇ ਘਰ ਦਾ ਪਤਾ ਵੀ, ਪਰ ਅਸੀਂ ਲੋਕ ਬਹੁਤ ਬਿਜੀ ਲੋਕ ਸਨ। ਪ੍ਰੀਤੀ 1 ਮਹੀਨੇ ਦੇ ਬਾਅਦ ਚੈੱਕਅਪ ਕਰਵਾਉਣ ਲਈ ਆਈ ਸੀ ਅਤੇ ਉਸਨੇ ਕਿਹਾ ਕਿ ਸਭ ਕੁਝ ਠੀਕ ਹੈ, ਪਰ ਹੁਣੇ ਵੀ ਉਹ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਸੀ। ਫਿਰ ਉਸ ਦੇ ਬਾਅਦ ਅਸੀਂ ਲੋਕ ਆਪਣੀ ਜ਼ਿੰਦਗੀ ਵਿੱਚ ਬਿਜੀ ਹੋ ਗਏ, ਪਰ ਅਸੀਂ ਉਸ ਦੀ ਸੱਸ ਨੂੰ ਨਹੀਂ ਛੱਡਿਆ, ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਕਿਉਂਕਿ ਮੈਨੂੰ ਉਹ ਬਹੁਤ ਕਮੀਨੀ ਔਰਤ ਨਜ਼ਰ ਆ ਰਹੀ ਸੀ ਜਿਸ ਨੇ 3 ਔਰਤਾਂ ਦੇ ਉੱਤੇ ਜ਼ੁਲਮ ਕੀਤਾ ਸੀ। ਅਤੇ ਅਸੀਂ ਬਿੰਦਰ ਦੀ ਦੋਨੇ ਪਤਨੀਆਂ ਦਾ ਵੀ ਬਿਆਨ ਲਿਖਵਾਇਆ ਸੀ। ਇਸ ਦੀ ਕਸਟਡੀ ਵਿੱਚ ਪੁਲਿਸ ਲੱਗੀ ਹੋਈ ਸੀ। ਬਿੰਦਰ ਉੱਤੇ ਵੀ ਮੁਕੱਦਮਾ ਦਰਜ ਹੋਇਆ ਸੀ। ਬਿੰਦਰ ਨੇ ਮਾਫੀ ਮੰਗ ਲਈ ਸੀ ਅਤੇ ਉਹ ਆਪਣੀ ਤੀਜੀ ਪਤਨੀ ਨੂੰ ਬਚਾਉਣਾ ਚਾਹੁੰਦਾ ਸੀ। ਇਸ ਲਈ ਬਿੰਦਰ ਨੂੰ ਜੇਲ੍ਹ ਤਾਂ ਨਹੀਂ ਹੋਈ, ਪਰ ਬਿੰਦਰ ਉੱਤੇ ਕੇਸ ਚੱਲ ਰਿਹਾ ਸੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਨਾ। ਤੇ ਹਾਂ, ਜੇਕਰ ਤੁਸੀਂ ਹੁਣੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਇੱਕ ਹੋਰ ਨਵੀਂ ਦਿਲਚਸਪ ਕਹਾਣੀ ਦੇ ਨਾਲ।